ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਸਤਿਗੁਰ ਸੇਵੈ ਸੋ ਜਨ ਸੋਹੈ, ਅੰਮ੍ਰਿਤ ਨਾਮ ਅੰਤਰ ਮਨ ਮੋਹੈ। ਅੰਮ੍ਰਿਤ ਮਨ ਤਨ ਬਾਣੀ ਰਤਾ, ਅੰਮ੍ਰਿਤ ਸਹਿਜ ਸੁਣਾਵਣਿਆ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ ਮਾਝ ਰਾਗ ਦੇ ਵਿੱਚ ਜੋ ਪਾਵਨ ਸ਼ਬਦ ਉਚਾਰਨ ਕੀਤਾ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 119 ਦੇ ਉੱਪਰ ਸੁਭਾਈਮਾਨ ਹੈ। ਇਸ ਪਾਵਨ ਸ਼ਬਦ ਦੇ ਪਹਿਲੇ 4 ਪਦਿਆਂ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਸਰਵਨ ਕਰ ਚੁੱਕੇ ਹੋ। ਅਗਲੇਰੇ ਪਾਵਨ ਬਚਨਾਂ ਦੀ ਵਿਚਾਰ ਨਾਲ ਜੁੜਨ ਵਾਸਤੇ ਜੋ ਸਮਾਂ ਮਿਲਿਆ, ਆਪਣੀ ਸੁਰਤ ਨੂੰ ਜੋੜੀਏ ਤੇ ਸ਼ਬਦ ਦੇ ਕੇਂਦਰੀ ਭਾਵ ਨੂੰ ਸਮਝ ਕੇ ਅਗਲੀਆਂ ਪਾਵਨ ਪੰਗਤੀਆਂ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਸ਼ਬਦ ਅੰਦਰ ਜੋ ਰਹਾਉ ਵਾਲੀ ਪੰਗਤੀ ਹੈ, ਕਿਰਪਾ ਕਰਦੇ ਨੇ ਹਉ ਵਾਰੀ ਜੀਉ ਵਾਰੀ, ਗੁਰਮੁਖ ਅੰਮ੍ਰਿਤ ਪਿਆਵਣਿਆ। ਮੈਂ ਉਹਨਾਂ ਤੋਂ ਵਾਰੇ ਜਾਵਾਂ, ਉਹਨਾਂ ਤੋਂ ਸਦਕੇ ਜਾਵਾਂ ਜਿਹੜੇ ਗੁਰੂ ਦੇ ਸਨਮੁਖ ਹੋਏ ਤੇ ਗੁਰੂ ਸਾਹਿਬ ਜੀ ਨੇ ਤਰੁੱਠ ਕੇ ਉਹਨਾਂ ਨੂੰ ਅੰਮ੍ਰਿਤ ਪਿਆਇਆ। ਨਾਮ ਦਾ ਅੰਮ੍ਰਿਤ ਉਹਨਾਂ ਨੂੰ ਪਿਆਇਆ। ਰਸਨਾ ਰਸ ਚਾਕ ਸਦਾ ਰਹੇ ਰੰਗ ਰਾਤੀ, ਸਹਿਜੇ ਹਰ ਗੁਣ ਗਾਵਣਿਆ। ਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਨਾਮ ਦਾ ਅੰਮ੍ਰਿਤ ਰਸ ਪਿਆਇਆ, ਉਹਨਾਂ ਦੀ ਰਸਨਾ ਨੇ ਜਦੋਂ ਨਾਮ ਦਾ ਰਸ ਚਖਿਆ ਤੇ ਸਦਾ ਪਰਮੇਸ਼ਵਰ ਦੇ ਨਾਮ ਦੇ ਪ੍ਰੇਮ ਰੰਗ ਦੇ ਵਿੱਚ ਉਹ ਰੰਗੇ ਗਏ। ਤੇ ਜਿਹੜੇ ਪ੍ਰੇਮ ਰੰਗ ਦੇ ਵਿੱਚ ਰੰਗੇ ਗਏ, ਉਹਨਾਂ ਦੇ ਅੰਦਰ ਸਹਿਜ ਆਤਮਿਕ ਅਡੋਲਤਾ ਬਣੀ। ਔਰ ਜਿਹੜੇ ਆਤਮਿਕ ਅਡੋਲਤਾ ਦੇ ਵਿੱਚ ਉਹ ਫਿਰ ਹਰ ਵੇਲੇ ਪਰਮੇਸ਼ਵਰ ਦੇ ਗੁਣ ਗਾਉਂਦੇ ਆ। ਅਸੀਂ ਵੀ ਇਸ ਅਵਸਥਾ ਤੇ ਪਹੁੰਚਣਾ ਹੈ ਕਿ ਗੁਰੂ ਸਾਹਿਬ ਜੀ ਦੇ ਸਨਮੁਖ ਮਨ ਕਰਕੇ ਹੋਈਏ, ਕਿਉਂਕਿ ਜਿਹੜਾ ਨਾਮ ਦਾ ਰਸ ਹੈ
ਇਹ ਮਨ ਕਰਕੇ ਹੀ ਚੱਖਿਆ ਜਾਣਾ ਹੈ, ਇਹ ਮਨ ਕਰਕੇ ਹੀ ਪੀਤਾ ਜਾਣਾ ਹੈ। ਤੇ ਜਿਨ੍ਹਾਂ ਨੇ ਮਨ ਕਰਕੇ ਗੁਰੂ ਦੇ ਰਾਹੀਂ ਅੰਮ੍ਰਿਤ ਨਾਮ ਰਸ ਪੀਤਾ, ਉਹ ਫਿਰ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਆਤਮਿਕ ਅਡੋਲਤਾ ਬਣਾ ਕੇ ਹਰ ਵੇਲੇ ਪਰਮੇਸ਼ਵਰ ਦੇ ਗੁਣ ਗਾਉਂਦੇ ਆ। ਇਸ ਲਈ ਮਹਾਰਾਜ ਕਹਿੰਦੇ ਹਉ ਵਾਰੀ ਜਿਉ ਵਾਰੀ, ਮੈਂ ਉਹਨਾਂ ਤੋਂ ਬਲਿਹਾਰੇ ਜਾਵਾਂ, ਸਦਕੇ ਜਾਵਾਂ, ਕਿਉਂਕਿ ਹੁਣ ਉਹ ਆਮ ਮਨੁੱਖ ਪੁਰਖ ਨਹੀਂ, ਉਹ ਮਹਾਨ ਪੁਰਖ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਕੋਲੋਂ ਅੰਮ੍ਰਿਤ ਦਾ ਰਸ ਪੀਤਾ ਹੈ। ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਖੰਡੇ ਦੀ ਪੌਲ ਤਿਆਰ ਕੀਤੀ, ਤੇ ਜਿਹੜੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਕੋਲੋਂ ਅੰਮ੍ਰਿਤ ਦਾ ਰਸ ਖੰਡੇ ਦੀ ਪੌਲ ਲੈਣ ਵਾਲੇ ਨੇ, ਉਹਨਾਂ ਨੂੰ ਅਸੀਂ ਅੱਜ ਕਿੰਨਾ ਮਹਾਨ ਕਹਿੰਦੇ ਹਾਂ, ਕਿੰਨਾ ਉਹਨਾਂ ਦਾ ਸਤਿਕਾਰ ਹੈ, ਸਾਡੇ ਦਿਲ ਵਿੱਚ ਉਹਨਾਂ ਪ੍ਰਤੀ ਕਿੰਨਾ ਪਿਆਰ ਹੈ, ਔਰ ਉਹਨਾਂ ਨੂੰ ਕਿੰਨੀ ਮਹਾਨਤਾ ਮਿਲੀ ਜਦੋਂ ਉਹਨਾਂ ਨੇ ਖੰਡੇ ਦੀ ਪੌਲ ਗੁਰੂ ਸਾਹਿਬ ਕੋਲੋਂ ਅੰਮ੍ਰਿਤ ਦਾ ਰਸ ਲਿਆ, ਤੇ ਕਿੰਨੀ ਮਹਾਨਤਾ ਮਿਲੀ, ਉਹਨਾਂ ਨੂੰ ਪੰਜਾਂ ਪਿਆਰਿਆਂ ਦਾ ਖਿਤਾਬ ਦਿੱਤਾ। ਅਸੀਂ ਪੰਜਾਂ ਦੇ ਨਾਮ ਵੱਖ-ਵੱਖ ਕਰਕੇ ਨਹੀਂ, ਅਸੀਂ ਇੱਕੋ ਹੀ ਸ਼ਬਦ ਵਰਤਦੇ ਹਾਂ, ਪੰਜ ਪਿਆਰੇ, ਕਿਉਂਕਿ ਇਹ ਮਹਾਨ ਨੇ ਜਿਨ੍ਹਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲੋਂ ਖੰਡੇ ਦੀ ਪੌਲ ਲਈ ਅੰਮ੍ਰਿਤ ਦਾ ਰਸ ਲਿਆ। ਔਰ ਕਿੰਨੇ ਮਹਾਨ ਨੇ ਕਿ ਬਾਅਦ ਵਿੱਚ ਗੁਰੂ ਸਾਹਿਬ ਇਹਨਾਂ ਕੋਲੋਂ ਖੰਡੇ ਦੀ ਪੌਲ ਲੈਂਦੇ ਆ। ਅਰਦਾਸ ਵਿੱਚ ਵੀ ਜਦੋਂ ਅਸੀਂ ਬੇਨਤੀ ਕਰਦੇ ਹਾਂ ਤੇ ਪੰਜ ਪਿਆਰਿਆਂ ਦਾ ਨਾਮ ਪਹਿਲਾਂ ਤੇ ਚਾਰ ਸਾਹਿਬਜ਼ਾਦਿਆਂ ਦਾ ਨਾਮ ਅਸੀਂ ਬਾਅਦ ਵਿੱਚ ਲੈਂਦੇ ਹਾਂ। ਪੰਜ ਪਿਆਰੇ, ਚਾਰ ਸਾਹਿਬਜ਼ਾਦੇ। ਇਸ ਲਈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਂ ਵਾਰੇ ਜਾਵਾਂ ਉਹਨਾਂ ਤੋਂ, ਮੈਂ ਉਹਨਾਂ ਤੋਂ ਸਦਕੇ ਜਾਵਾਂ ਜਿਨ੍ਹਾਂ ਨੂੰ ਗੁਰੂ ਨੇ ਆਪਣੇ ਸਨਮੁਖ ਕਰਕੇ ਅੰਮ੍ਰਿਤ ਦਾ ਰਸ ਪਿਆਇਆ ਹੈ। ਇਹ ਰਹਾਉ ਵਾਲੀ ਪੰਕਤੀ ਦੀ ਵਿਚਾਰ ਇਸੇ ਹੀ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਪੰਜਵੇਂ ਪਦੇ ਅੰਦਰ ਕਿਰਪਾ ਕਰਦੇ ਨੇ। ਸਤਿਗੁਰ ਸੇਵੈ ਸੋ ਜਨ ਸੋ ਹੈ। ਜਿਹੜੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਿਆਰ ਭਾਵਨਾ ਦੇ ਨਾਲ ਜੁੜਦੇ ਨੇ, ਤੇ ਜੁੜਦਾ ਕੌਣ ਹੈ? ਜਿਹੜਾ ਜਨ ਹੈ, ਜਿਹਨੇ ਆਪਣੇ ਮਨ ਨੂੰ ਜਨ ਬਣਾਇਆ, ਉਹੀ ਪਿਆਰ ਭਾਵਨਾ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਜੁੜਦਾ ਹੈ। ਤੇ ਜਿਹੜੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਿਆਰ ਭਾਵਨਾ ਨਾਲ ਜੁੜੇ, ਸੋ ਦਾ ਅਰਥ ਹੈ ਉਹ ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚ ਸੇਵਾ ਸਿਮਰਨ ਵਿੱਚ ਜੁੜਨਾ ਕੀਤਾ। ਸੋ ਜਨ ਸੋ ਹੈ, ਉਹ ਸੋਹਣੇ ਜੀਵਨ ਵਾਲੇ ਹੋ ਜਾਂਦੇ ਨੇ, ਉਹਨਾਂ ਦਾ ਜੀਵਨ ਸੋਹਣਾ ਹੋ ਜਾਂਦਾ ਹੈ। ਜਾਂ ਫਿਰ ਉਹ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਸ਼ੋਭਾ ਪਾਉਂਦੇ ਨੇ, ਉਹ ਸ਼ੋਭਨੀਕ ਹੋ ਜਾਂਦੇ ਨੇ। ਅੰਮ੍ਰਿਤ ਨਾਮ ਅੰਤਰ ਮਨ ਮੋਹ ਹੈ। ਉਹ ਜਨ ਸੋਹਣੇ ਕਿਉਂ ਹੁੰਦੇ ਨੇ? ਸਹੀ ਜਨ ਸੋਹਣੇ, ਉਹ ਜਨ ਸੋਹਣੇ ਜੀਵਨ ਵਾਲੇ ਕਿਉਂ ਹੋ ਜਾਂਦੇ ਨੇ? ਜਾਂ ਮਾਲਕ ਜੀ ਦੇ ਘਰ ਉਹ ਸ਼ੋਭਾ ਕਿਉਂ ਪਾਉਂਦੇ ਨੇ? ਕਿਉਂਕਿ ਸਤਿਗੁਰੂ ਦੇ ਚਰਨਾਂ ਵਿੱਚ ਜਿਹੜੇ ਪਿਆਰ ਭਾਵਨਾ ਨਾਲ ਜੁੜੇ, ਉਹਨਾਂ ਦਾ ਮਨ ਅੰਮ੍ਰਿਤ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ। ਉਹਨਾਂ ਦੇ ਮਨ ਦੀ ਹਾਲਤ ਮਾਇਆ ਦੇ ਮੋਹ ਵਾਲੀ ਨਹੀਂ ਹੁੰਦੀ। ਉਹਨਾਂ ਦਾ ਮਨ ਜਿਹੜਾ ਨਾਮ
ਵਿੱਚ ਅੰਮ੍ਰਿਤ ਹੈ। ਅੰਮ੍ਰਿਤ ਨਾਮ ਮਾਂ ਨੂੰ ਅੱਖਰ ਨੂੰ ਸਿਹਾਰੀ ਨਾਮ ਵਿੱਚ, ਜਿਸ ਨਾਮ ਵਿੱਚ ਅੰਮ੍ਰਿਤ ਹੈ ਅੰਤਰ ਮਨ ਮੋਹੈ, ਉਹਨਾਂ ਦਾ ਮਨ ਉਸ ਅੰਮ੍ਰਿਤ ਨਾਮ ਵਿੱਚ ਮੋਹਿਆ ਜਾਂਦਾ ਹੈ, ਜੁੜ ਜਾਂਦਾ ਹੈ। ਤੇ ਜਿਨ੍ਹਾਂ ਦਾ ਮਨ ਅੰਮ੍ਰਿਤ ਨਾਮ ਦੇ ਨਾਲ ਜੁੜ ਗਿਆ, ਸਾਹਿਬ ਕਹਿੰਦੇ ਉਹ ਜਨ ਸੋਹਣੇ ਜੀਵਨ ਵਾਲੇ ਨੇ, ਉਹਨਾਂ ਦਾ ਜੀਵਨ ਸੋਹਣਾ ਬਣ ਗਿਆ। ਫਿਰ ਬੇਨਤੀ ਕਰਾਂ, ਮਨ ਵਿੱਚ ਅੰਮ੍ਰਿਤ ਨਾਮ ਤਾਂ ਵਸੇਗਾ ਜੇ ਅਸੀਂ ਆਪਣੇ ਮਨ ਨੂੰ ਜਨ ਬਣਾਵਾਂਗੇ। ਤੇ ਜਨ ਦਾ ਮਤਲਬ ਹੈ ਜਿਹਦੇ ਅੰਦਰ ਕੋਈ ਹਉਮੈ, ਕੋਈ ਹੰਕਾਰ ਨਹੀਂ। ਜਨ ਉਹ ਹੁੰਦਾ ਹੈ ਜਿਹੜਾ ਆਪਣਾ ਆਪਾ ਮਿਟਾ ਦਿੰਦਾ ਹੈ, ਜਿਹੜਾ ਮੈਂ ਨਹੀਂ ਕਰਦਾ, ਅਸਲ ਦੇ ਵਿੱਚ ਉਹ ਜਨ ਹੈ। ਤੇ ਜਿਹੜੇ ਆਪਣਾ ਆਪਾ ਮਿਟਾ ਕੇ ਸਤਿਗੁਰੂ ਦੇ ਚਰਨਾਂ ਵਿੱਚ ਸਮਰਪਣ ਹੋਏ, ਉਹਨਾਂ ਦੇ ਮਨ ਅੰਦਰ ਪਰਮੇਸ਼ਵਰ ਦਾ ਅੰਮ੍ਰਿਤ ਨਾਮ ਵਸ ਜਾਂਦਾ ਹੈ, ਔਰ ਉਹਨਾਂ ਦਾ ਮਨ ਐਸਾ ਉਹਨਾਂ ਅੰਮ੍ਰਿਤ ਨਾਮ ਵਿੱਚ ਲੀਨ ਹੋ ਜਾਂਦਾ ਹੈ ਕਿ ਮਨ ਹੋਰ ਪਾਸੇ ਭਟਕਦਾ ਹੀ ਨਹੀਂ। ਅੰਮ੍ਰਿਤ ਮਨ ਤਨ ਬਾਣੀ ਰਤਾ, ਅੰਮ੍ਰਿਤ ਸਹਿਜ ਸੁਣਾਵਣਿਆ। ਜਿਨ੍ਹਾਂ ਦੇ ਅੰਦਰ ਮਨ ਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਵਸ ਗਿਆ, ਉਹਦਾ ਮਨ ਤੇ ਤਨ ਬਾਣੀ ਵਿੱਚ ਰਤਿਆ ਗਿਆ। ਕਿਉਂਕਿ ਨਾਮ ਕਿੱਥੋਂ ਮਿਲਣਾ ਹੈ? ਨਾਮ ਸਾਨੂੰ ਬਾਣੀ ਵਿੱਚੋਂ ਹੀ ਮਿਲਣਾ ਹੈ। ਇਹ ਨਹੀਂ ਕਿ ਬਾਣੀ ਵੱਖਰੀ ਹੈ ਤੇ ਨਾਮ ਵੱਖਰਾ ਹੈ। ਜਦੋਂ ਅਸੀਂ ਬਾਣੀ ਦਾ ਅਭਿਆਸ ਕਰਾਂਗੇ ਤੇ ਬਾਣੀ ਵਿੱਚੋਂ ਹੀ ਸਾਨੂੰ ਨਾਮ ਦੀ ਬਖਸ਼ਿਸ਼ ਮਿਲਣੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚੋਂ ਦੀ ਵੱਖਰਾ ਨਾਮ ਕੱਢ ਕੇ ਨਹੀਂ ਦਿੱਤਾ ਜਾ ਸਕਦਾ। ਕਈ ਕਹਿੰਦੇ ਆ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਾਮ ਦੇ ਦਿਓ, ਜਿਵੇਂ ਹੋਰ ਥਾਵਾਂ ਤੇ ਨਾਮ ਦਿੱਤਾ ਜਾਂਦਾ ਹੈ, ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਾਮ ਦੇ ਦਿਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬਾਣੀ ਹੈ, ਇਹੀ ਨਾਮ ਰਸ ਦੇ ਨਾਲ ਭਰਪੂਰ ਹੈ। ਕੋਈ ਵੱਖਰਾ ਨਾਮ ਨਹੀਂ ਦਿੱਤਾ ਜਾਂਦਾ ਵੀ 4 ਜਣਿਆਂ ਨੂੰ ਇਹ ਨਾਮ ਦੇਤਾ ਤੇ 4 ਨੂੰ ਆਹ ਦੇਤਾ। ਅਸੀਂ ਗੁਰਬਾਣੀ ਨੂੰ ਵੰਡ ਰਹੇ ਹਾਂ। ਦੁਨਿਆਵੀ ਕੰਮਾਂ ਕਾਜਾਂ ਦੇ ਵਿੱਚ, ਦੁੱਖ ਸੁੱਖ ਦੇ ਵਿੱਚ ਜੇ ਕਿਸੇ ਦਾ ਕੋਈ ਕੰਮ ਨਹੀਂ ਬਣਦਾ, ਆਹ ਸ਼ਬਦ ਪੜ੍ਹ ਲਓ, ਆਹ ਕੰਮ ਨਹੀਂ ਬਣਦਾ, ਆਹ ਪੜ੍ਹ ਲਓ। ਅਸੀਂ ਗੁਰਬਾਣੀ ਨੂੰ ਆਪ ਹੀ ਵੰਡੀ ਜਾ ਰਹੇ ਹਾਂ। ਪਰ ਸਾਹਿਬ ਜੀ ਨੇ ਜੋ ਅੰਮ੍ਰਿਤ ਬਾਣੀ ਦਾ ਖਜ਼ਾਨਾ ਦਿੱਤਾ ਹੈ, ਉੱਥੇ ਵੰਡੀਆਂ ਪਾ ਕੇ ਨਹੀਂ, ਇੱਕੋ ਹੀ ਗੱਲ ਕਹੀ ਸੀ ਮਹਾਰਾਜ ਨੇ ਕਿ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਬਾਣੀ ਦਾ ਅਭਿਆਸ ਕਰਕੇ ਵਿੱਚੋਂ ਨਾਮ ਦਾ ਰਸ ਲੈਣਾ ਹੈ ਆਪਾਂ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਕਿ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਨਾਮ ਦਾ ਅੰਮ੍ਰਿਤ ਦਿੱਤਾ ਜਾਂ ਆਤਮਿਕ ਜੀਵਨ ਵਾਲਾ ਉਹ ਨਾਮ ਦਿੱਤਾ, ਤੇ ਉਹ ਮਨ ਤਨ ਕਰਕੇ ਫਿਰ ਬਾਣੀ ਵਿੱਚ ਰਤੇ ਗਏ। ਬਾਣੀ ਦਾ ਰੰਗ ਉਹਨਾਂ ਦੇ ਮਨ ਤੇ ਤਨ ਉੱਤੇ ਲੱਗ ਚੜ ਗਿਆ। ਤੇ ਜਿਹੜੇ ਆਤਮਿਕ ਜੀਵਨ ਦੇਣ ਵਾਲਾ ਨਾਮ ਆਪਣੇ ਮਨ ਵਿੱਚ ਵਸਾਇਆ ਤੇ ਬਾਣੀ ਵਿੱਚ ਮਨ ਤਨ ਕਰਕੇ ਰਤੇ ਗਏ, ਅੰਮ੍ਰਿਤ ਸਹਿਜ ਸੁਣਾਵਣਿਆ। ਉਹ ਆਤਮਿਕ ਜੀਵਨ ਵਾਲੇ ਸਹਿਜ ਅਡੋਲਤਾ ਦੇ ਵਿੱਚ ਆਪ ਵੀ ਪਰਮੇਸ਼ਵਰ ਦਾ ਨਾਮ ਸੁਣਦੇ ਨੇ ਤੇ ਉਹ ਹੋਰਾਂ ਨੂੰ ਵੀ ਪਰਮੇਸ਼ਵਰ ਦਾ ਨਾਮ ਹੀ ਸੁਣਾਉਂਦੇ ਆ। ਸਤਿਗੁਰੂ ਮਹਾਰਾਜ ਨੇ ਇਹੀ ਸਾਨੂੰ ਸਮਝਾਇਆ ਕਿ ਜਿਹੜਾ ਰਸ ਤੁਸੀਂ ਆਪ ਨਾਮ ਦਾ ਲੈ ਰਹੇ ਹੋ, ਉਹ ਕੇਵਲ ਆਪਣੇ ਤੱਕ ਸੀਮਤ ਨਹੀਂ ਰੱਖਣਾ, ਉਹਨਾਂ ਨੂੰ ਹੋਰਾਂ ਦੇ ਵਿੱਚ ਵੰਡਣਾ ਹੈ। ਹਰਿ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਮਹਾਰਾਜ ਕਹਿੰਦੇ ਹਰਿ ਕਾ ਨਾਮ ਧਿਆਏ,
ਸੁਣ, ਤੂੰ ਉਹਨੂੰ ਧਿਆ ਵੀ ਤੇ ਸੁਣ ਵੀ, ਤੇ ਜਿਹੜਾ ਰਸ ਤੈਨੂੰ ਮਿਲਦਾ ਉਹ ਤੂੰ ਸਾਰਿਆਂ ਦੇ ਵਿੱਚ ਵੰਡ। ਕੇਵਲ ਇਹ ਸੋਚ ਕੇ ਨਹੀਂ ਕਿ ਜਿਹੜਾ ਰਸ ਮੈਨੂੰ ਮਿਲਿਆ ਤੇ ਜੇ ਮੈਂ ਹੋਰਾਂ ਨੂੰ ਵੰਡਾਂਗਾ ਤੇ ਮੇਰਾ ਭਾਂਡਾ ਖਾਲੀ ਨਾ ਹੋ ਜਾਏ। ਕਈ ਇੱਦਾਂ ਦੇ ਵੀ ਪ੍ਰਾਣੀ ਮਿਲਦੇ ਆ, ਉਹ ਕਹਿਣ ਲੱਗੇ ਵੀ ਅਸੀਂ ਬਾਣੀ ਦਾ ਅਭਿਆਸ ਕਰਦੇ ਹਾਂ, ਪਰ ਜੇ ਅਸੀਂ ਕਿਸੇ ਨੂੰ ਦੱਸ ਦਿੱਤਾ ਤੇ ਸਾਡਾ ਭਾਂਡਾ ਖਾਲੀ ਹੋ ਜਾਣਾ। ਜੇ ਅਸੀਂ ਕਿਸੇ ਨੂੰ ਦੱਸ ਦਿੱਤਾ ਜਾਂ ਆਪਣੇ ਨਾਲ ਜੋੜ ਕੇ ਕਿਸੇ ਨੂੰ ਬਾਣੀ ਦਾ ਅਭਿਆਸ ਕੀਤਾ ਤੇ ਸਾਡਾ ਭਾਂਡਾ ਖਾਲੀ ਹੋ ਜਾਣਾ। ਇਵੇਂ ਭਾਂਡਾ ਖਾਲੀ ਨਹੀਂ ਹੁੰਦਾ। ਸਾਨੂੰ ਕਈ ਤਰ੍ਹਾਂ ਦੇ ਵਹਿਮ ਪਾ ਦਿੱਤੇ ਨੇ। ਜਿਵੇਂ ਇੱਕ ਸੱਜਣ ਕੱਲ ਪਰਸੋਂ ਮਿਲੇ, ਘਰ ਦੇ ਵਿੱਚ ਛੋਟਾ ਜਿਹਾ ਬੱਚਾ ਜਿਹੜਾ ਹੈ ਉਹ ਬਿਮਾਰ ਹੈ, ਜਾਂ ਕਹਿ ਲਓ ਕਿ ਪੋਤਾ ਉਹਨਾਂ ਦਾ ਜਿਹੜਾ ਉਹ ਢਿੱਲਾ ਮੱਠਾ ਹੋਇਆ, ਤੇ ਦਾਦੀ ਪਾਠ ਕਰਦੀ ਹੈ ਕੋਲ ਬੈਠ ਕੇ ਗੁਰਬਾਣੀ ਦਾ ਪਾਠ ਕਰ ਰਹੀ ਹੈ, ਤੇ ਆਂਢ ਗਵਾਂਢ ਦੇ ਆਏ ਪਤਾ ਲੈਣ, ਤੇ ਉਹਨਾਂ ਪਤਾ ਕੀ ਆਖਿਆ, ਉਹ ਕਹਿਣ ਲੱਗੇ ਤੁਸੀਂ ਜਿਹੜਾ ਇਹਦੇ ਕੋਲ ਬੈਠ ਕੇ ਪਾਠ ਕਰਦੇ ਹੋ, ਇਹ ਸਾਰਾ ਦੁੱਖ ਤੁਹਾਡੇ ਤੇ ਆ ਜਾਣਾ ਹੈ। ਇਹ ਕਿਉਂ ਤੁਸੀਂ ਆਪਣੇ ਤੇ ਭਾਰ ਚੜਾਉਂਦੇ ਪਏ ਹੋ? ਇੱਦਾਂ ਨਹੀਂ ਪਾਠ, ਇੱਦਾਂ ਦਾ ਵਹਿਮ ਪੈ ਗਿਆ। ਉਹ ਐਸਾ ਦਿਮਾਗ ਵਿੱਚ ਵਹਿਮ ਪੈ ਗਿਆ, ਜਿਹੜਾ ਪਾਠ ਹੁੰਦਾ ਸੀ ਉਹ ਤੋਂ ਵੀ ਜਾਂਦੇ ਰਹੇ। ਸਾਨੂੰ ਇਹੋ ਜਿਹੇ ਵਹਿਮ ਭਰਮ ਤੋਂ ਬਚਣਾ ਚਾਹੀਦਾ ਹੈ। ਸਾਨੂੰ ਪਹਿਲਾਂ ਇਹ ਸਮਝ ਲੈਣਾ ਚਾਹੀਦਾ ਵੀ ਗੁਰਬਾਣੀ ਕੀ ਕਹਿ ਰਹੀ ਹੈ, ਗੁਰਬਾਣੀ ਸਾਨੂੰ ਕੀ ਸਮਝਾ ਰਹੀ ਹੈ। ਉਹ ਵਹਿਮ ਭਰਮ ਚੋਂ ਕੱਢਦੀ ਹੈ। ਅਸੀਂ ਲੋਕਾਂ ਦੀਆਂ ਗੱਲਾਂ 'ਚ ਆ ਕੇ ਵਹਿਮ ਭਰਮ ਪਾਲ ਕੇ ਬੈਠੇ ਹਾਂ। ਮਹਾਰਾਜ ਕਹਿੰਦੇ ਨੇ, ਆਪ ਜਪੋ ਅਵਰਹ ਨਾਮ ਜਪਾਵੋ। ਤੇ ਜਿਹੜਾ ਤੈਨੂੰ ਗੁਰਬਾਣੀ ਦਾ ਖਜ਼ਾਨਾ ਮਿਲਿਆ ਹੈ, ਤੂੰ ਆਪਣੇ ਕੋਲ ਰੱਖ ਨਾ। ਖਾਵਹਿ ਖਰਚੈ ਰਲ ਮਿਲ ਭਾਈ, ਟੋਟ ਨ ਆਵੇ ਵੱਧ ਦੋ ਜਾਈ। ਸਗੋਂ ਤੇਰਾ ਅਭਿਆਸ ਵਧੇਗਾ, ਤੇਰਾ ਨਿਤਨੇਮ ਵਧੇਗਾ, ਤੇਰਾ ਹੋਰ ਗੁਰਬਾਣੀ ਦਾ ਰਸ ਅੰਦਰ ਵਧੇਗਾ। ਭਾਂਡਾ ਖਾਲੀ ਨਹੀਂ ਹੋਏਗਾ, ਸਗੋਂ ਹੋਰ ਰਸ ਤੇਰੇ ਅੰਦਰ ਵਧੇਗਾ। ਤੇ ਦੂਜੇ ਪਾਸੇ ਮਹਾਰਾਜ ਨੇ ਇਹ ਵੀ ਕਿਹਾ, ਇਹ ਨਾ ਹੋਵੇ ਕਿ ਦੂਜਿਆਂ ਨੂੰ ਰਸ ਵੰਡੀ ਜਾਏ ਤੇ ਆਪਣਾ ਤੇਰੇ ਅੰਦਰ ਰਸ ਬਣੇ ਕੋਈ ਨਾ। ਤੇ ਮਹਾਰਾਜ ਕਹਿੰਦੇ ਫਿਰ ਜਿਹਨੂੰ ਤੂੰ ਵੰਡ ਰਿਹਾ ਉਹ ਤਾਂ ਭਾਵੇਂ ਤਰ ਜਾਏਗਾ, ਤੂੰ ਕਿਤੇ ਉੱਥੇ ਦਾ ਉੱਥਾ ਨਾ ਰਹਿ ਜਾਈਂ। ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਇਸ ਲਈ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ। ਸਾਹਿਬ ਕਹਿੰਦੇ, ਅੰਮ੍ਰਿਤ ਮਨ ਤਨ ਬਾਣੀ ਰਤਾ। ਜਿਹੜਾ ਜਨ ਬਣ ਕੇ ਆਤਮਿਕ ਜੀਵਨ ਦੇਣ ਵਾਲੇ ਨਾਮ ਦੇ ਵਿੱਚ ਰਸ ਨੂੰ ਲੈ ਕੇ ਤੇ ਮਨ ਤਨ ਕਰਕੇ ਬਾਣੀ ਵਿੱਚ ਰਤਿਆ ਗਿਆ, ਉਹ ਆਤਮਿਕ ਤਲ ਤੇ ਜੀਵਨ ਵਾਲਾ ਅਡੋਲਤਾ ਬਣਾ ਕੇ ਆਪ ਵੀ ਨਾਮ ਦਾ ਰਸ ਲੈਂਦਾ ਤੇ ਉਹ ਹੋਰਾਂ ਨੂੰ ਵੀ ਨਾਮ ਦਾ ਰਸ ਵੰਡਦਾ। ਆਪ ਵੀ ਟਿਕ ਕੇ ਸੁਣਦਾ ਤੇ ਹੋਰਾਂ ਨੂੰ ਵੀ ਉਹ ਫਿਰ ਇਹ ਅੰਮ੍ਰਿਤ ਬਾਣੀ ਦਾ ਰਸ ਜਿਹੜਾ ਉਹ ਸੁਣਾਉਂਦਾ ਹੈ। ਅੰਮ੍ਰਿਤ ਮਨ ਤਨ ਬਾਣੀ ਰਤਾ, ਅੰਮ੍ਰਿਤ ਸਹਿਜ ਸੁਣਾਵਣਿਆ। ਕਹਿੰਦੇ ਨੇ ਉਹ ਸਹਿਜ ਅਡੋਲਤਾ ਵਿੱਚ ਆਤਮਿਕ ਤਲ ਤੇ ਜਿਉਣ ਵਾਲਾ ਆਪ ਵੀ ਜੁੜਦਾ ਹੈ ਤੇ ਹੋਰਾਂ ਨੂੰ ਵੀ ਜੋੜਦਾ ਹੈ। ਇਸੇ ਲਈ ਆਖਿਆ ਸੀ ਉਹ ਜਨ ਸੋਹਣੇ ਨੇ ਤੇ ਮੈਂ ਉਹਨਾਂ ਤੋਂ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਬਲਿਹਾਰੇ ਸਦਕੇ ਜਾਣਾ। ਜਿਹੜੇ ਆਪ ਵੀ ਰਤੇ ਨੇ ਤੇ ਹੋਰਾਂ ਨੂੰ ਵੀ ਨਾਮ ਰੰਗ ਵਿੱਚ ਰਤਦੇ ਹਨ। ਮਨ ਮੁਖ ਭੁਲਾ ਦੂਜੈ ਪਾਏ ਖੁਆਏ, ਨਾਮ ਨਾ ਲੇਵੈ ਮਰੈ ਬਿਖ ਖਾਏ। ਅਨ ਦਿਨ ਸਦਾ ਵਿਸਟਾ ਮਹਿ ਵਾਸਾ, ਬਿਨ ਸੇਵਾ ਜਨਮ ਗਵਾਵਣਿਆ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਹੁਣ ਮਨਮੁਖ ਦੀ ਗੱਲ ਕਰਦੇ, ਕਿਉਂਕਿ ਦੋਵਾਂ ਨੂੰ ਸਮਝਣਾ ਪੈਣਾ ਤਾਂ ਗੱਲ ਕਲੀਅਰ ਹੋਣੀ ਹੈ ਵੀ ਗੁਰਮੁਖ ਦਾ ਜੀਵਨ ਕਿੱਦਾਂ ਦਾ ਹੈ
ਤੇ ਮਨਮੁਖ ਦਾ ਜੀਵਨ ਕਿਸ ਤਰ੍ਹਾਂ ਦਾ ਹੈ। ਸਤਿਗੁਰੂ ਜੀ ਨੇ ਆਖਿਆ ਮਨਮੁਖ ਜਿਹੜਾ ਮਨ ਦੇ ਮਗਰ ਚੱਲਣ ਵਾਲਾ ਜਾਂ ਤਰੈ ਗੁਣੀ ਮਾਇਆ ਦੇ ਮਗਰ ਚੱਲਣ ਵਾਲਾ ਭੁੱਲਾ, ਉਹ ਆਪਣੇ ਰਸਤੇ ਤੋਂ ਭੁੱਲਿਆ ਹੋਇਆ ਹੈ, ਖੁੰਝਿਆ ਹੋਇਆ ਹੈ। ਤੇ ਜਿਹੜਾ ਆਪਣੇ ਰਾਹ ਤੋਂ ਖੁੰਝ ਗਿਆ, ਦੂਜਾ ਭਾਏ ਉਹ ਨਿਰੰਕਾਰ ਨੂੰ ਛੱਡ ਕੇ ਸੰਸਾਰ ਨਾਲ ਪਿਆਰ ਪਾ ਬੈਠਦਾ ਹੈ। ਦੂਜੇ ਦਾ ਅਰਥ ਸੰਸਾਰ, ਇੱਕ ਦਾ ਮਤਲਬ ਹੈ ਨਿਰੰਕਾਰ ਤੇ ਦੂਜੇ ਦਾ ਮਤਲਬ ਹੈ ਸੰਸਾਰ। ਉਹ ਨਿਰੰਕਾਰ ਨੂੰ ਛੱਡ ਕੇ ਸੰਸਾਰ ਨਾਲ ਪਿਆਰ ਪਾ ਕੇ ਮੋਹ ਪਾ ਕੇ ਬਹਿ ਜਾਂਦਾ ਹੈ। ਤੇ ਜਿਹੜਾ ਨਿਰੰਕਾਰ ਨੂੰ ਭੁਲਾ ਕੇ ਸੰਸਾਰ ਨਾਲ ਮੋਹ ਪਿਆਰ ਪਾ ਲੈਂਦਾ ਹੈ, ਸਾਹਿਬ ਜੀ ਕਹਿੰਦੇ ਉਹਦੇ ਪੱਲੇ ਖੁਆਰੀ ਹੁੰਦੀ ਹੈ, ਹੋਰ ਕੁਛ ਨਹੀਂ ਹੁੰਦਾ। ਕਿਉਂਕਿ ਜਦੋਂ ਦੂਜੇ ਨਾਲ ਸਾਡਾ ਪਿਆਰ ਬਣੇਗਾ, ਇਹਦਾ ਮਤਲਬ ਸਾਨੂੰ ਪਹਿਲੇ ਦਾ ਪੱਲਾ ਛੱਡਣਾ ਪਏਗਾ। ਪਹਿਲੇ ਦਾ ਪੱਲਾ ਛੱਡ ਕੇ ਹੀ ਅਸੀਂ ਦੂਜੇ ਦਾ ਪੱਲਾ ਪਕੜ ਸਕਦੇ ਹਾਂ ਨਾ। ਇਸ ਲਈ ਮਹਾਰਾਜ ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਉਹਦੇ ਪੱਲੇ ਫਿਰ ਖੁਆਰੀ ਹੁੰਦੀ ਹੈ ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਨਾਲੋਂ ਸਾਂਝ ਤੋੜ ਕੇ ਸੰਸਾਰ ਨਾਲ ਪਾ ਲੈਂਦਾ ਹੈ। ਖੁਆਏ ਉਹ ਖੁੰਝੇ ਹੋਏ ਫਿਰ ਸੰਸਾਰ ਵਿੱਚ ਭਟਕਦੇ ਨੇ। ਮਨਮੁਖ ਭੂਲਾ ਦੂਜੈ ਭਾਏ ਖੁਆਏ, ਤੇ ਜਿਹੜਾ ਭੁੱਲਿਆ ਹੋਇਆ ਸੰਸਾਰ ਨਾਲ ਮੋਹ ਪਿਆਰ ਪਾ ਕੇ ਖੁਆਰ ਹੋ ਰਿਹਾ, ਨਾਮ ਨਾ ਲੇਵੈ, ਉਹ ਕਦੇ ਨਾਮ ਦਾ ਰਸ ਨਹੀਂ ਲੈਂਦਾ। ਕਦੇ ਉਹ ਨਾਮ ਦਾ ਰਸ ਲੈ ਕੇ ਆਤਮਿਕ ਜੀਵਨ ਵਿੱਚ ਨਹੀਂ ਜਿਉਂਦਾ। ਫਿਰ ਕੀ ਹੁੰਦਾ ਹੈ? ਨਾਮ ਨਾ ਲੇਵੈ ਮਰੈ ਬਿਖ ਖਾਏ, ਉਹ ਮਾਇਆਵੀ ਬਿਖ ਜ਼ਹਿਰ ਖਾ ਕੇ ਨਿਤ ਆਤਮਿਕ ਤਲ ਤੇ ਮਰਦਾ ਰਹਿੰਦਾ ਹੈ। ਇਨਸਾਨੀਅਤ ਦੇ ਤਲ ਤੇ ਨਿਤ ਮਰਦਾ ਰਹਿੰਦਾ ਹੈ। ਜ਼ਮੀਰ ਕਰਕੇ ਉਹ ਨਿਤ ਮਰਦਾ ਰਹਿੰਦਾ ਹੈ, ਕਿਉਂਕਿ ਉਹ ਮਾਇਆਵੀ ਜ਼ਹਿਰ ਖਾ ਰਿਹਾ ਹੈ, ਵਿਕਾਰਾਂ ਵਾਲੀ ਜ਼ਹਿਰ ਖਾ ਰਿਹਾ। ਕਿਉਂਕਿ ਜਿਹੜਾ ਅੰਮ੍ਰਿਤ ਨਾਮ ਰਸ ਨਹੀਂ ਲਏਗਾ, ਉਹ ਫਿਰ ਵਿਕਾਰਾਂ ਵਾਲੀ ਜ਼ਹਿਰ ਹੀ ਖਾਏਗਾ। ਜਿਹੜੇ ਮਨਮੁਖ ਨੇ ਉਹ ਗੁਰੂ ਦੇ ਸਨਮੁਖ ਨਹੀਂ ਹੁੰਦੇ, ਉਹ ਇਸ ਰਾਹ ਤੋਂ ਭਟਕੇ ਹੋਏ ਖੁਆਰ ਹੁੰਦੇ ਨੇ, ਨਾਮ ਦਾ ਰਸ ਨਹੀਂ ਲੈਂਦੇ, ਆਤਮਿਕ ਤਲ ਤੇ ਮਰਦੇ ਰਹਿੰਦੇ ਆ, ਕਿਉਂਕਿ ਉਹਨਾਂ ਦੇ ਮੁਖ ਨੂੰ ਜ਼ਹਿਰ ਲੱਗੀ ਹੋਈ ਹੈ। ਫਿਰ ਉਹ ਵਿਕਾਰਾਂ ਵਾਲੀ ਜ਼ਹਿਰ ਹੀ ਜਿਹੜੀ ਆ ਖਾਂਦੇ ਰਹਿੰਦੇ ਨੇ। ਤੇ ਜਿਹੜੇ ਵਿਕਾਰਾਂ ਦੀ ਜ਼ਹਿਰ ਖਾਂਦੇ ਆ, ਅੰਮ੍ਰਿਤ ਦਾ ਨਾਮ ਰਸ ਨਹੀਂ ਲੈਂਦੇ, ਮਨਮੁਖ ਦੀ ਹਾਲਤ ਕੀ ਹੁੰਦੀ ਹੈ? ਅਨ ਦਿਨ ਸਦਾ ਵਿਸ਼ਟਾ ਮੈਂ ਵਾਸਾ, ਦਿਨ ਰਾਤ ਹਰ ਵੇਲੇ ਹਰ ਸਮੇਂ ਉਹਨਾਂ ਦਾ ਵਾਸਾ ਫਿਰ ਵਿਸ਼ਟਾ ਗੰਦਗੀ ਦੇ ਵਿੱਚ ਹੀ ਹੁੰਦਾ ਹੈ। ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਦਿਮਾਗ ਵਿੱਚ ਹਰ ਵੇਲੇ ਗੰਦਗੀ ਭਰੀ ਰਹਿੰਦੀ ਹੈ। ਅਸੀਂ ਬਾਣੀ ਦਾ ਅਭਿਆਸ ਕਿਉਂ ਕਰਨਾ ਹੈ? ਰੋਜ਼ ਨਿਤਨੇਮ ਦੇ ਜਿਹੜਾ ਸਹਾਰਾ ਲੈ ਕੇ ਅਸੀਂ ਬਾਣੀਆਂ ਦਾ ਅਭਿਆਸ ਕਿਉਂ ਕਰਨਾ ਹੈ? ਤਾਂ ਕਿ ਸਾਡੇ ਦਿਮਾਗ ਦੀ ਗੰਦਗੀ ਨਿਕਲ ਜਾਏ। ਅਸੀਂ ਆਪਣੇ ਦਿਮਾਗ ਦੀ ਗੰਦਗੀ ਨੂੰ ਧੋਣ ਵਾਸਤੇ ਨਿਤ ਉੱਠ ਕੇ ਬਾਣੀ ਦਾ ਅਭਿਆਸ ਕਰਨਾ ਹੈ। ਉਹਨੂੰ ਰਸਮ ਬਣਾ ਲਿਆ, ਉਹ ਗੱਲ ਵੱਖਰੀ ਹੈ। ਉਹ ਅਸੀਂ ਫਾਰਮੈਲਿਟੀ ਕਰ ਰਹੇ ਹਾਂ, ਉਹ ਗੱਲ ਵੱਖਰੀ ਹੈ। ਪਰ ਰਸਮੀ ਤੌਰ ਤੇ ਫਾਰਮੈਲਿਟੀ ਕਰਕੇ ਦਿਮਾਗ ਦੀ ਗੰਦਗੀ ਨਹੀਂ ਨਿਕਲਣੀ, ਉਹ ਉਵੇਂ ਦੀ ਉਵੇਂ ਹੀ ਰਹਿ ਜਾਣੀ ਆ। ਜਿੰਨਾ ਮਰਜ਼ੀ ਅਸੀਂ ਬਾਣੀ ਦਾ ਅਭਿਆਸ ਕਰੀਏ, ਪਰ ਜੇ ਅਸੀਂ ਨਹੀਂ ਇਹ ਸਮਝ ਰਹੇ ਕਿ ਬਾਣੀ ਦਾ ਅਭਿਆਸ ਕਰਨਾ ਕਿਉਂ ਹੈ। ਸਾਨੂੰ ਇਹ ਪਤਾ ਹੈ ਵੀ ਰੋਜ਼ ਅਸੀਂ ਉੱਠ ਕੇ ਨਹਾਉਂਦੇ ਹਾਂ, ਇਸ਼ਨਾਨ ਕਰਦੇ ਹਾਂ, ਕਿਉਂ? ਤਨ ਦੀ ਸਫਾਈ ਵਾਸਤੇ। ਕੱਪੜੇ ਅਸੀਂ ਮੈਲੇ ਲਾ ਦਿੰਦੇ ਹਾਂ, ਸਾਫ਼ ਸੁਥਰੇ ਕੱਪੜੇ ਪਾਉਂਦੇ ਹਾਂ। ਕਿਉਂ ਪਾਉਂਦੇ ਹਾਂ? ਤਾਂ ਕਿ ਸਾਡੀ ਚਮੜੀ ਸਹੀ ਸਲਾਮਤ ਰਵੇ, ਕਈ ਪ੍ਰਕਾਰ ਦੇ ਕੀਟਾਣੂ ਜਿਹੜੇ ਆ ਉਹ ਪੈਦਾ ਨਾ ਹੋਣ, ਸਾਨੂੰ ਕੋਈ ਰੋਗ ਬਿਮਾਰੀ ਜਿਹੜੀ ਆ ਉਹ ਨਾ ਲੱਗ ਸਕੇ। ਹੁਣ ਬਾਹਰੀ ਤੌਰ ਤੇ ਪਤਾ ਹੈ, ਪਰ ਸਾਹਿਬ ਕਹਿੰਦੇ ਅੰਦਰੋਂ ਵੀ ਤੇ ਸਭ ਕੁਝ ਇਸੇ ਤਰ੍ਹਾਂ ਹੈ। ਤੂੰ ਆਪਣੇ ਦਿਮਾਗ ਦੀ ਗੰਦਗੀ ਨੂੰ ਧੋਣ ਵਾਸਤੇ ਨਿਤ ਉੱਠ ਗਾਵੋ
ਪ੍ਰਭ ਕੀ ਬਾਣੀ ਨਿਤ ਉੱਠ ਕੇ ਬਾਣੀ ਦਾ ਅਭਿਆਸ ਕਰ, ਤਾਂ ਕਿ ਤੇਰੇ ਅੰਦਰ ਗੰਦਗੀ ਰਵੇ ਨਾ, ਤੇ ਨਾ ਤੇਰਾ ਅੰਦਰ ਮਨ ਗੰਦਗੀ ਵਿੱਚ ਵਸੇ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਜਿਹੜੀ ਮਤ ਵਿੱਚ ਪਾਪ ਦੀ ਮਲ ਗੰਦਗੀ ਇਕੱਠੀ ਹੋਈ ਪਈ ਹੈ, ਉਹ ਜਿੰਨਾ ਚਿਰ ਨਾਮ ਦੇ ਰੰਗ ਵਿੱਚ ਨਹੀਂ ਰੰਗਦੇ, ਉਹ ਅੰਦਰੋਂ ਨਿਕਲਣੀ ਕੋਈ ਨਹੀਂ। ਕਈ ਕਹਿੰਦੇ ਆ ਜੀ ਰੋਜ਼ ਰੋਜ਼ ਕਿਹੜਾ ਹੁਣ ਬਾਣੀ ਪੜ੍ਹੇ, ਜਦੋਂ ਸਮਾਂ ਮਿਲੇਗਾ ਪੜ੍ਹ ਲਿਆ ਕਰਾਂਗੇ। ਰੋਜ਼ ਉੱਠ ਕੇ ਬਾਣੀ ਪੜ੍ਹਨੀ ਕੀ ਕਿਉਂ ਜ਼ਰੂਰੀ ਆ? ਸਾਹਿਬ ਕਹਿੰਦੇ ਰੋਜ਼ ਰੋਜ਼ ਉੱਠ ਕੇ ਬਾਣੀ ਦਾ ਅਭਿਆਸ ਕਰੇਗਾ, ਕਿਉਂਕਿ ਚਲਦੇ ਪਾਣੀ ਵਿੱਚ ਕਦੇ ਜਾਲਾ ਪੈਦਾ ਨਹੀਂ ਹੁੰਦਾ, ਚਲਦੇ ਪਾਣੀ ਵਿੱਚ ਕਦੇ ਗੰਦਗੀ ਇਕੱਠੀ ਨਹੀਂ ਹੁੰਦੀ, ਉਹ ਨਾਲ ਨਾਲ ਸਫਾਈ ਹੁੰਦੀ ਰਹਿੰਦੀ ਹੈ। ਜਿੱਥੇ ਪਾਣੀ ਚਲਦਾ ਚਲਦਾ ਰੁਕ ਜਾਏਗਾ, ਉਸ ਰੁਕੇ ਹੋਏ ਪਾਣੀ ਵਿੱਚ ਜਾਲੇ ਵੀ ਆਉਣਗੇ, ਗੰਦਗੀ ਵੀ ਆਏਗੀ, ਜੀਵ ਵੀ ਪੈਦਾ ਹੋਣਗੇ ਤੇ ਬਦਬੂ ਵੀ ਆਉਣ ਲੱਗ ਜਾਏਗੀ। ਪਾਣੀ ਤੇ ਉਹੀ ਸੀ ਜਿਹੜਾ ਚੱਲ ਰਿਹਾ ਸੀ ਤੇ ਬੜਾ ਸਾਫ਼ ਸੁਥਰਾ ਸੀ, ਪਰ ਰੁਕ ਗਿਆ ਤੇ ਗੰਦਗੀ ਪੈਦਾ, ਬਦਬੂ ਪੈਦਾ ਹੋਣ ਲੱਗ ਪਈ। ਇਸ ਲਈ ਸਤਿਗੁਰੂ ਜੀ ਕਹਿੰਦੇ ਆ ਰੋਜ਼ ਰੋਜ਼ ਅੰਦਰ ਦੀ ਸਫਾਈ ਕਰ। ਬਾਹਰੋਂ ਪਾਣੀ ਨਾਲ ਹੋਣੀ ਆ, ਅੰਦਰੋਂ ਗੁਰਬਾਣੀ ਨਾਲ ਹੋਣੀ ਆ, ਤਾਂ ਕਿ ਤੇਰੇ ਦਿਮਾਗ ਵਿੱਚ ਗੰਦਗੀ ਰਵੇ ਨਾ। ਕਈ ਕਹਿੰਦੇ ਜੀ ਸਾਡਾ ਮਨ ਤੇ ਬੜਾ ਸਾਫ਼ ਹੈ, ਅਸੀਂ ਤੇ ਕਦੇ ਕਿਸੇ ਦਾ ਮਾੜਾ ਕਰਦੇ ਹੀ ਨਹੀਂ ਆ, ਮਾੜਾ ਸੋਚਦੇ ਹੀ ਨਹੀਂ ਆ, ਸਾਨੂੰ ਕੀ ਲੋੜ ਹੈ ਬਾਣੀ ਦੇ ਅਭਿਆਸ ਦੀ। ਪਰ ਧਿਆਨ ਰੱਖਿਓ, ਇੱਕ ਕਮਰਾ ਤੁਸੀਂ ਬੰਦ ਕਰ ਦਿਓ ਚੰਗੀ ਤਰ੍ਹਾਂ, ਜਿਹਦੇ ਅੰਦਰ ਕੁਛ ਵੀ ਨਾ ਜਾ ਸਕੇ, ਚੰਗੀ ਤਰ੍ਹਾਂ ਬੰਦ ਕਰ ਦਿਓ ਚਾਰੇ ਪਾਸੇ ਤੋਂ। ਪਰ ਉਹਨੂੰ 4 ਦਿਨ ਬਾਅਦ ਜਦੋਂ ਖੋਲੋਗੇ ਤਾਂ ਅੰਦਰ ਤੁਹਾਨੂੰ ਜਾਲੇ ਲੱਗੇ ਨਜ਼ਰ ਆਉਣਗੇ। ਹੁਣ ਕਮਰਾ ਤੇ ਬੰਦ ਸੀ, ਚੰਗੀ ਤਰ੍ਹਾਂ ਸਫਾਈ ਕੀਤੀ ਹੋਈ ਸੀ, ਅਸੀਂ ਤੇ ਕਮਰਾ ਖੋਲਿਆ ਹੀ ਕੋਈ ਨਹੀਂ, ਫਿਰ ਜਾਲੇ ਕਿੱਥੋਂ ਆ ਗਏ? ਇਸ ਲਈ ਸਾਨੂੰ ਲੱਗਦਾ ਵੀ ਅਸੀਂ ਬੜੇ ਚੰਗੇ ਹਾਂ, ਸਾਨੂੰ ਗੁਰਬਾਣੀ ਦੇ ਅਭਿਆਸ ਦੀ ਲੋੜ ਨਹੀਂ, ਪਰ ਅੰਦਰ ਛਾਤੀ ਮਾਰਾਂਗੇ ਬੜੇ ਜਾਲੇ ਨਜ਼ਰ ਆਉਣਗੇ। ਅੰਦਰ ਸਾਡੇ ਵਿਕਾਰਾਂ ਦੀ ਬਦਬੂ ਜਿਹੜੀ ਹੈ ਉਹ ਸਾਨੂੰ ਮਹਿਸੂਸ ਹੋਏਗੀ। ਇਸ ਲਈ ਮਹਾਰਾਜ ਕਹਿੰਦੇ ਮਨਮੁਖ ਨੂੰ ਸਮਝ ਨਹੀਂ ਆਉਂਦੀ, ਤੇ ਮਨਮੁਖ ਭੁੱਲਾ ਹੋਇਆ ਦੂਜੇ ਪਾਸੇ ਭਟਕਦਾ ਰਹਿੰਦਾ ਹੈ। ਮਨਮੁਖ ਭੁੱਲਾ ਦੂਜੇ ਭਾਏ ਖਵਾਏ, ਨਾਮ ਨਾ ਲੇਵੈ ਮਰੈ ਬਿਖ ਖਾਏ। ਉਹ ਆਤਮਿਕ ਤਲ ਤੇ ਮਰਿਆ ਹੋਇਆ, ਇਨਸਾਨੀਅਤ ਦੇ ਤਲ ਤੇ ਮਰਿਆ, ਹਰ ਵੇਲੇ ਜ਼ਹਿਰ ਖਾਂਦਾ ਹੈ। ਤੇ ਜਿਹੜਾ ਵਿਕਾਰਾਂ ਦੀ ਜ਼ਹਿਰ ਖਾਂਦਾ, ਅਨ ਦਿਨ ਸਦਾ ਵਿਸ਼ਟਾ ਮਹਿ ਵਾਸਾ, ਦਿਨ ਰਾਤ ਫਿਰ ਉਹਦਾ ਵਾਸਾ ਗੰਦਗੀ ਵਿੱਚ ਹੁੰਦਾ ਹੈ। ਤੇ ਜਿਹਦਾ ਵਾਸਾ ਗੰਦਗੀ ਵਿੱਚ ਹੁੰਦਾ ਹੈ, ਉਹ ਕਦੇ ਸੇਵਾ ਸਿਮਰਨ ਵਾਲੇ ਪਾਸੇ ਤੁਰਦਾ ਹੀ ਨਹੀਂ ਹੈ। ਫਿਰ ਬਿਨ ਸੇਵਾ ਜਨਮ ਗਵਾਵਣਿਆ, ਤੇ ਉਹਦੇ ਜੀਵਨ ਵਿੱਚ ਨਾਮ ਸਿਮਰਨ ਦਾ ਅਭਿਆਸ ਨਹੀਂ ਹੁੰਦਾ, ਉਹ ਆਪਣਾ ਸਾਰੇ ਦਾ ਸਾਰਾ ਜਨਮ ਗਵਾ ਲੈਂਦਾ ਹੈ, ਤੇ ਵਿਸ਼ਟਾ ਦੇ ਵਿੱਚ ਹੀ ਜੰਮਿਆ, ਵਿਸ਼ਟਾ ਵਿੱਚ ਹੀ ਮਰ ਜਾਂਦਾ ਹੈ। ਗੰਦਗੀ ਦੇ ਕੀੜੇ ਦੀ ਤਰ੍ਹਾਂ ਗੰਦਗੀ ਵਿੱਚ ਹੀ ਲੀਨ ਹੋ ਜਾਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਆ ਕਿ ਹੇ ਮਨਮੁਖ, ਤੇਰੀ ਹਾਲਤ ਵੀ ਉਸ ਗੰਦਗੀ ਦੇ ਕੀੜੇ ਦੀ ਤਰ੍ਹਾਂ ਹੈ। ਜੇ ਤੂੰ ਪਰਮੇਸ਼ਵਰ ਦੇ ਨਾਮ ਦਾ ਰਸ ਨਾ ਮਾਣਿਆ ਤੇ ਆਤਮਿਕ ਤਲ ਤੇ ਫਿਰ ਇਸੇ ਤਰ੍ਹਾਂ ਮੋਇਆ ਹੋਇਆ ਆਪਣੀ ਜ਼ਿੰਦਗੀ ਨੂੰ ਤੂੰ ਖੁਆਰ ਕਰ ਲੈਣਾ। ਤੇ ਜੇ ਸਾਰੀ ਜ਼ਿੰਦਗੀ ਜ਼ਹਿਰ ਹੀ ਖਾਂਦਾ ਰਿਹਾ ਤੇ ਪਰਮੇਸ਼ਵਰ ਦੇ ਨਾਮ ਰਸ ਨੂੰ ਨਹੀਂ ਮਾਣਿਆ, ਫਿਰ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਕਿਤੇ ਨਾ ਕਿਤੇ ਸਾਨੂੰ ਗੁਰੂ ਸਾਹਿਬ ਅੱਗੇ ਆ ਕੇ ਖਲੋ ਕੇ ਕਬੂਲਣਾ ਪੈਣਾ ਵੀ ਮਹਾਰਾਜ ਜੀਓ ਬਿਲਕੁਲ ਸੱਚ ਹੈ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮੈਂ ਅੰਮ੍ਰਿਤ ਨੂੰ ਛੱਡ ਕੇ ਬਿਖ ਵਿੱਚ ਰਹਿ ਕੇ ਬਿਖ ਜ਼ਹਿਰ ਹੀ ਖਾਂਦਾ ਰਿਹਾ, ਔਰ ਮੈਨੂੰ ਭੁਲੇਖਾ ਸੀ ਮੈਂ ਅੰਮ੍ਰਿਤ ਜਿਹੜਾ ਅੰਮ੍ਰਿਤ ਦਾ ਰਸ ਪੀ ਰਿਹਾ, ਮੈਂ ਅੰਮ੍ਰਿਤ ਦਾ ਪਦਾਰਥ ਜਿਹੜਾ ਇਹ ਖਾ ਰਿਹਾ। ਪਰ ਨਹੀਂ, ਹੁਣ ਪਤਾ ਲੱਗਾ ਵੀ ਮੈਂ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਨੂੰ ਹੀ ਮੂੰਹ ਮਾਰਦਾ ਰਿਹਾ।
ਜ਼ਹਿਰ ਹੀ ਖਾਂਦਾ ਰਿਹਾ, ਹੁਣ ਮੈਂ ਤੁਹਾਡੇ ਦਰ ਤੇ ਆਇਆ, ਜੇ ਮੈਨੂੰ ਇਸ ਗੰਦਗੀ ਤੋਂ, ਇਸ ਬਿਖ ਜ਼ਹਿਰ ਤੋਂ ਕੋਈ ਬਚਾ ਸਕਦਾ ਹੈ ਤੇ ਉਹ ਤੁਸੀਂ ਹੋ। ਇਸੇ ਲਈ ਜਿਹੜੇ ਪਿਆਰ ਭਾਵਨਾ ਵਾਲੇ ਰੰਗ ਰਤੜੇ ਨੇ, ਉਹ ਉੱਠਦਿਆਂ ਸਾਰ ਪਹਿਲਾਂ ਉਹਨਾਂ ਦੀ ਰਸਨਾ ਤੇ ਆਉਂਦਾ ਹੈ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉਤਮ ਪੰਥ ਸੁਨਿਓ ਗੁਰ ਸੰਗਤ, ਤੈ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ, ਰਾਮਦਾਸ ਰਾਖੋ ਸ਼ਰਨਾਈ। ਇਸ ਲਈ ਸਾਹਿਬ ਜੀ ਕਹਿੰਦੇ ਮਨਮੁਖ ਦੀ ਅਵਸਥਾ ਇਦਾਂ ਦੀ ਹੁੰਦੀ ਹੈ, ਉਹ ਗੰਦਗੀ ਵਿੱਚ ਰਹਿੰਦਾ ਹੈ ਤੇ ਗੰਦਗੀ ਵਿੱਚ ਹੀ ਸਮਾ ਜਾਂਦਾ ਹੈ। ਨਾਮ ਨਾ ਲੇਵੈ ਮਰੈ ਬਿਖ ਖਾਏ, ਆਤਮਕ ਤਲ ਤੇ ਉਹਦੀ ਮ੍ਰਿਤਿਉ ਹੋ ਜਾਂਦੀ ਹੈ। ਇਸ ਲਈ ਉਹ ਜ਼ਹਿਰ ਹੀ ਖਾਂਦਾ ਰਹਿੰਦਾ ਹੈ। ਅੰਮ੍ਰਿਤ ਪੀਵੈ ਜਿਸਨੋ ਆਪ ਪੀਆਏ, ਗੁਰ ਪ੍ਰਸਾਦੀ ਸਹਿਜ ਲਿਵ ਲਾਏ, ਪੂਰਨ ਪੂਰ ਰਹਿਆ ਸਭ ਆਪੇ, ਗੁਰਮਤਿ ਨਦਰੀ ਆਵਣਿਆ। ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਮਨਮੁਖ ਦੀ ਅਵਸਥਾ ਨੂੰ ਦੱਸਣ ਤੋਂ ਬਾਅਦ ਗੁਰਮੁਖ ਦੀ ਅਵਸਥਾ ਨੂੰ ਬਿਆਨ ਕਰਦੇ ਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਉੱਪਰ ਤਰੁੱਠਦੇ ਆ, ਉਹ ਅੰਮ੍ਰਿਤ ਦਾ ਰਸ ਪੀਂਦੇ ਆ। ਸਾਰੀ ਦੁਨੀਆ ਆਪਣੇ ਆਪ ਰਸ ਨਾਮ ਦਾ ਨਹੀਂ ਪੀ ਸਕਦੀ। ਉਹ ਪੀਵੇਗਾ ਜਿਸ ਨੂੰ ਆਪ ਪੀਆਏ, ਜਿਸ ਨੂੰ ਵਾਹਿਗੁਰੂ ਜੀ ਆਪ ਨਾਮ ਦਾ ਅੰਮ੍ਰਿਤ ਰਸ ਪਿਆਉਂਦੇ ਹੈ, ਉਹ ਨਾਮ ਦਾ ਰਸ ਪੀਂਦੇ। ਹੁਣ ਸਵਾਲ ਇਹ ਹੈ ਵੀ ਜੇ ਪਿਆਉਣਾ ਹੀ ਮਾਲਕ ਨੇ ਆਪ ਹੈ ਤੇ ਫਿਰ ਸਾਨੂੰ ਕਿਉਂ ਸਮਝਾਉਂਦੇ ਹੋ? ਸਾਨੂੰ ਕਿਉਂ ਕਹਿੰਦੇ ਹੋ ਵੀ ਤੂੰ ਵਿਕਾਰਾਂ ਦੀ ਜ਼ਿੰਦਗੀ ਛੱਡ, ਗੰਦਗੀ ਵਾਲੀ ਜ਼ਿੰਦਗੀ ਛੱਡ? ਆ ਫਿਰ ਮਨਮੁਖ ਦੀ ਹਾਲਤ ਨੂੰ ਕਿਉਂ ਬਿਆਨ ਕੀਤਾ, ਜਦ ਕਿ ਪਿਆਉਣਾ ਤੇ ਅੰਮ੍ਰਿਤ ਮਾਲਕ ਨੇ ਆ, ਜਿਹਨੂੰ ਪਿਆਉਣਾ ਉਹਨੇ ਹੀ ਪੀਣਾ। ਫਿਰ ਸਾਨੂੰ ਇਹ ਕਿਉਂ ਕਹਿ ਰਹੇ ਹੋ ਮਨਮੁਖ ਭੂਲਾ ਦੂਜੇ ਭਾਏ ਖਵਾਏ? ਫਿਰ ਸਾਨੂੰ ਇਹ ਕਿਉਂ ਕਹਿ ਰਹੇ ਹੋ ਨਾਮ ਨਾ ਲੇਵੈ ਮਰੈ ਬਿਖ ਖਾਏ, ਅਨ ਦਿਨ ਸਦਾ ਵਿਸ਼ਟਾ ਮੈਂ ਵਾਸਾ, ਬਿਨ ਸੇਵਾ ਜਨਮ ਗਵਾਵਣਿਆ। ਸਾਹਿਬ ਕਹਿੰਦੇ ਅੰਮ੍ਰਿਤ ਵੀ ਉਹਨਾਂ ਨੂੰ ਪਿਆਉਂਦਾ ਜਿਹੜਾ ਅੰਮ੍ਰਿਤ ਦੀ ਦਾਤ ਮੰਗਦਾ ਹੈ। ਜਿਹੜਾ ਮੰਗ ਨਹੀਂ ਕਰਦਾ ਉਹਨੂੰ ਉਹ ਮਾਲਕ ਨਾਮ ਦੀ ਦਾਤ ਦੇ ਕੇ ਅੰਮ੍ਰਿਤ ਪਿਆਉਂਦਾ ਹੀ ਨਹੀਂ ਹੈ। ਹੁਣ ਅੰਮ੍ਰਿਤ ਮੰਗੇਗਾ ਕੌਣ? ਜਿਹਨੂੰ ਗੁਰੂ ਦੁਆਰੇ ਆ ਕੇ ਸੋਝੀ ਆ ਗਈ ਹੈ। ਜਿਹਨੂੰ ਸੋਝੀ ਆਈ ਉਹਨੇ ਹੀ ਆਖਿਆ ਨਾ ਵੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਬੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਜਿਹਨੂੰ ਸੋਝੀ ਆਈ ਉਹਨੇ ਹੀ ਆ ਕੇ ਆਖਿਆ, ਤੇ ਜਿਹਨੇ ਆਖਿਆ ਫਿਰ ਤਰੁੱਠ ਕੇ ਮਾਲਕ ਜੀ ਨੇ ਉਹਨੂੰ ਅੰਮ੍ਰਿਤ ਪਿਆਇਆ, ਉਹਨੂੰ ਅੰਮ੍ਰਿਤ ਦਾ ਰਸ ਦਿੱਤਾ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਅੰਮ੍ਰਿਤ ਪੀਵੈ। ਅੰਮ੍ਰਿਤ ਨਾਮ ਰਸ ਉਹੀ ਪੀ ਸਕਦਾ ਹੈ ਜਿਸ ਨੂੰ ਆਪ ਪਿਆਏ, ਜਿਸ ਨੂੰ ਉਹ ਆਪ ਤਰੁੱਠ ਕੇ ਇਹ ਅੰਮ੍ਰਿਤ ਨਾਮ ਦਾ ਰਸ ਪਿਆਉਂਦਾ ਹੈ। ਗੁਰ ਪ੍ਰਸਾਦੀ ਸਹਿਜ ਲਿਵ ਲਾਏ। ਉਹ ਫਿਰ ਗੁਰੂ ਦੀ ਕਿਰਪਾ ਦੇ ਜਿਹੜੇ ਪਾਤਰ ਹੁੰਦੇ ਨੇ ਉਹਨਾਂ ਅੰਦਰ ਆਤਮਕ ਅਡੋਲਤਾ ਬਣਦੀ ਹੈ, ਤੇ ਜਿਨ੍ਹਾਂ ਅੰਦਰ ਸਹਿਜ ਆਤਮਕ ਅਡੋਲਤਾ ਬਣਦੀ ਹੈ, ਲਿਵ ਲਾਏ, ਉਹਨਾਂ ਦੀ ਲਿਵ ਅੰਮ੍ਰਿਤ ਨਾਮ ਦਾ ਰਸ ਪੀ ਕੇ ਉਹਨਾਂ ਦੀ ਲਿਵ ਫਿਰ ਨਿਰੰਕਾਰ ਨਾਲ ਲੱਗਦੀ ਹੈ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ, ਕਿਉਂਕਿ ਗੁਰੂ ਸਾਨੂੰ ਗਿਆਨ ਦੇ ਕੇ ਸਮਝਾਉਂਦਾ, ਸਾਡਾ ਅਧਿਆਪਕ, ਸਾਡਾ ਟੀਚਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ, ਜੋ ਸਾਨੂੰ ਸੋਝੀ ਦਿੰਦੇ ਆ। ਔਰ ਉਹਦੇ ਵਿੱਚ ਕਿੰਨੇ ਜਿਹੜੇ ਆ ਅਧਿਆਪਕ ਨੇ, 6 ਗੁਰੂ ਸਾਹਿਬਾਨ ਨੇ, 15 ਭਗਤ ਨੇ ਔਰ 11 ਭੱਟ ਨੇ, ਜਿਹੜੇ ਸਾਨੂੰ ਗਿਆਨ ਦੇ ਰਹੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਿਰਾਜਮਾਨ ਹੋ ਕੇ, ਜੋ ਸਾਨੂੰ ਸਿੱਖਿਆ ਦੇ ਰਹੇ ਆ ਕਿ ਤੁਸੀਂ ਆਪਣਾ ਜੀਵਨ ਇਸ ਤਰ੍ਹਾਂ ਦਾ ਬਣਾਓ।
ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣੇ, ਫਿਰ ਮਾਲਕ ਨੇ ਤੁਰੁੱਠ ਕੇ ਅੰਮ੍ਰਿਤ ਦਾ ਰਸ ਪਿਆਇਆ, ਤੇ ਜਿਨ੍ਹਾਂ ਨੂੰ ਅੰਮ੍ਰਿਤ ਰਸ ਪਿਆਇਆ ਉਹ ਆਤਮਿਕ ਤਲ ਤੇ ਜਿਉਣ ਵਾਲੇ, ਅਡੋਲਤਾ ਵਿੱਚ ਰਹਿਣ ਵਾਲੇ, ਉਹਨਾਂ ਦੀ ਫਿਰ ਲਿਵ ਲੱਗ ਜਾਂਦੀ ਹੈ। ਤੇ ਸਾਡੀ ਕਹਾਣੀ ਵਿਗੜੀ ਕਿੱਥੋਂ ਸੀ? ਲਿਵ ਛੁੜਕੀ। ਸਾਡੀ ਲਿਵ ਛੁੜਕ ਗਈ ਸੀ ਨਿਰੰਕਾਰ ਨਾਲੋਂ, ਤਾਂ ਹੀ ਤੇ ਸਾਡਾ ਨਿਰੰਕਾਰ ਵੱਲੋਂ ਧਿਆਨ ਹਟ ਕੇ ਸੰਸਾਰ ਵਾਲੇ ਪਾਸੇ ਲੱਗ ਗਿਆ। ਜਦੋਂ ਸੰਸਾਰ ਵੱਲ ਧਿਆਨ ਲੱਗਿਆ ਤੇ ਨਿਰੰਕਾਰ ਵਿਸਰ ਗਿਆ। ਹੁਣ ਗੁਰੂ ਸਾਹਿਬ ਨੇ ਕੀ ਕੀਤਾ? ਸਾਡੀ ਤਿਆਰੀ, ਸਾਨੂੰ ਸਿੱਖਿਆ ਦੇ ਕੇ, ਗੁਰਬਾਣੀ ਰਾਹੀਂ ਉਪਦੇਸ਼ ਦੇ ਕੇ, ਵੀ ਮੇਰਾ ਮਕਸਦ ਹੈ ਤੇਰੀ ਟੁੱਟੀ ਹੋਈ ਲਿਵ ਨੂੰ ਜੋੜਨਾ। ਜਿਹੜੇ ਤੇਰੇ ਅੰਦਰ ਤ੍ਰੈ ਗੁਣੀ ਮਾਇਆ ਦਾ ਪ੍ਰਭਾਵ ਪੈ ਗਿਆ, ਉਹਨੂੰ ਖਤਮ ਕਰਕੇ ਤੈਨੂੰ ਅੰਮ੍ਰਿਤ ਨਾਮ ਰਸ ਤੱਕ ਪਹੁੰਚਾਉਣਾ। ਇਹ ਸਤਿਗੁਰੂ ਮਹਾਰਾਜ ਜੀ ਦੀ ਜ਼ਿੰਮੇਵਾਰੀ ਹੈ। ਇਸ ਲਈ ਜਿਹੜੇ ਗੁਰੂ ਦੇ ਦਰ ਤੇ ਗੁਰੂ ਦੀ ਕਿਰਪਾ ਦੇ ਪਾਤਰ ਬਣਨ ਆਏ, ਜਿਨ੍ਹਾਂ ਨੇ ਆਖਿਆ ਮਹਾਰਾਜ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਹੀ ਨਹੀਂ ਆਇਆ। ਬਾਹਰੋਂ ਤਾਂ ਲੋਕ ਮਹਾਨ ਕਹਿੰਦੇ ਆ ਵੀ ਇਹ ਬੜਾ ਕੁਝ ਇਹਨੇ ਖੱਟ ਲਿਆ, ਬੜਾ ਨਾਮਣਾ ਇਹਦਾ ਹੋ ਗਿਆ, ਪਰ ਅੰਦਰੋਂ ਜੀਵਨ ਜਿਉਣ ਦੀ ਤਾਂ ਜਾਚ ਆਈ ਹੋਈ ਨਹੀਂ ਹੈ। ਇਸ ਲਈ ਤੁਹਾਡੇ ਦਰ ਤੇ ਬੇਨਤੀ ਕਰਦੇ ਹਾਂ, ਹਮ ਅੰਦਲੇ ਅੰਧ ਬਿਖੈ ਬਿਖ ਰਾਤੇ, ਜ਼ਹਿਰ ਵਿੱਚ ਰੱਤੇ ਪਏ ਆ। ਵਿਕਾਰਾਂ ਦੀ ਜ਼ਹਿਰ ਅੰਦਰ ਚੜੀ ਪਈ ਹੈ। ਹਮ ਅੰਦਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਬਾਲੀ। ਮਹਾਰਾਜ ਜੀਓ ਸਾਨੂੰ ਗਿਆਨ ਦਾ ਪੱਲਾ ਪਕੜਾਓ, ਤਾਂ ਕਿ ਅਸੀਂ ਗਿਆਨ ਦਾ ਪੱਲਾ ਪਕੜ ਕੇ ਤੁਰ ਸਕੀਏ। ਜਿਸ ਦਿਨ, ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਜਿਸ ਦਿਨ ਸਾਡੇ ਧੀ ਪੁੱਤ ਦਾ ਆਨੰਦ ਕਾਰਜ ਹੁੰਦਾ ਹੈ ਤੇ ਉਦੋਂ ਬੱਚੀ ਨੂੰ ਪੱਲਾ ਪਕੜਾਇਆ ਜਾਂਦਾ ਹੈ, ਤੇ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਵਾਲਾ ਪੱਲਾ, ਜਦੋਂ ਅਸੀਂ ਬਾਣੀ ਵਿੱਚੋਂ ਗਿਆਨ ਦਾ ਪੱਲਾ ਪਕੜ ਲਾਂਗੇ ਨਾ, ਫਿਰ ਹੱਬੇ ਸਾਕ ਕੁੜਾਵੇ ਡਿੱਠੇ, ਫਿਰ ਸਾਰੇ ਦੇ ਸਾਰੇ ਇਹ ਸਾਕ ਸਾਨੂੰ ਕੁੜਾਵੇ ਨਜ਼ਰ ਆਉਣ ਲੱਗ ਜਾਣਗੇ। ਫਿਰ ਸਾਡਾ ਸੰਸਾਰ ਨਾਲ ਇੰਨਾ ਮੋਹ ਪਿਆਰ ਨਹੀਂ ਰਹੇਗਾ। ਫਿਰ ਸਾਡੇ ਅੰਦਰ ਨਿਰੰਕਾਰ ਨਾਲ ਜੁੜਨ ਦੀ ਭਾਵਨਾ ਹੋਏਗੀ, ਕਿਉਂਕਿ ਸਮਝ ਆ ਗਈ ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣ ਹਾਰ। ਅਸੀਂ ਸੰਸਾਰ ਨਾਲ ਮੋਹ ਪਾ ਕੇ ਬੈਠੇ ਹੋਏ ਹਾਂ, ਕਿਉਂਕਿ ਸੰਸਾਰ ਸੱਚਾ ਨਜ਼ਰ ਆ ਰਿਹਾ। ਮਹਾਰਾਜ ਕਹਿੰਦੇ ਨਹੀਂ, ਕੂੜਾ ਨੇਹੋਂ ਲੱਗਾ ਵਿਸਰਿਆ, ਉਹ ਪਰਮੇਸ਼ਵਰ ਵਿਸਰਿਆ ਪਿਆ, ਕਿਉਂਕਿ ਕੂੜ ਦਾ ਨੇ ਕੂੜ ਨਾਲ ਲੱਗਾ ਹੋਇਆ। ਪਰ ਜਦੋਂ ਗੁਰੂ ਦੁਆਰੇ ਆ ਕੇ ਗਿਆਨ ਦਾ ਪੱਲਾ ਪਕੜਿਆ, ਫਿਰ ਪਤਾ ਲੱਗਾ ਵੀ ਅਸਲ ਸੱਜਣ ਕੌਣ ਹੈ, ਅਸਲ ਵਿੱਚ ਜੀਵਨ ਦੇਣ ਵਾਲਾ ਕੌਣ ਹੈ, ਮੈਨੂੰ ਸਾਜਣ ਸਵਾਰਨ ਵਾਲਾ ਕੌਣ ਹੈ। ਫਿਰ ਪਤਾ ਲੱਗਾ, ਫਿਰ ਗੁਰੂ ਦੀ ਕਿਰਪਾ ਦੇ ਪਾਤਰ ਬਣੇ, ਤੇ ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋਈ, ਗੁਰ ਪ੍ਰਸਾਦੀ, ਉਹਨਾਂ ਦੀ ਫਿਰ ਲਿਵ ਨਿਰੰਕਾਰ ਨਾਲ ਲੱਗ ਗਈ। ਇਸ ਲਈ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਦੇ ਜਿਹੜੇ ਪਾਤਰ ਬਣੇ, ਉਹਨਾਂ ਨੂੰ ਤੁਰੁੱਠ ਕੇ ਮਾਲਕ ਨੇ ਅੰਮ੍ਰਿਤ ਦਾ ਰਸ ਪਿਆਇਆ, ਤੇ ਜਿਨ੍ਹਾਂ ਨੂੰ ਪਿਆਇਆ ਉਹਨਾਂ ਦੀ ਲਿਵ ਲੱਗੀ, ਤੇ ਜਿਨ੍ਹਾਂ ਦੀ ਲਿਵ ਲੱਗੀ ਫਿਰ ਉਹਨਾਂ ਦੇ ਪਰਦੇ ਖੁੱਲ ਗਏ। ਪੂਰਨ ਪੂਰ ਰਹਿਆ ਸਭ ਆਪੇ। ਇਹ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਸਾਰੇ ਪਾਸੇ ਆਪ ਹੀ ਵਰਤ ਰਹੇ ਹੋ, ਔਰ ਹਰ ਪਾਸੇ ਹਰ ਦਿਸ਼ਾ ਵਿੱਚ ਤੁਸੀਂ ਪੂਰਨ ਹੋ। ਕਿਸੇ ਵੀ ਦਿਸ਼ਾ ਵਿੱਚ ਕੋਈ ਘਾਟਵਾਦ ਨਹੀਂ ਹੈ। ਭਾਵੇਂ ਉਹ ਬੀਤ ਗਿਆ ਸਮਾਂ, ਤੇ ਭਾਵੇਂ ਚੱਲ ਰਿਹਾ ਸਮਾਂ, ਤੇ ਭਾਵੇਂ ਆਉਣ ਵਾਲਾ ਸਮਾਂ ਹੈ, ਪਤਾ ਲੱਗ ਗਿਆ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਰਬ ਵਿਆਪਕ ਹੈ, ਸਭਨਾਂ ਦੇ ਵਿੱਚ ਉਹ ਪੂਰਨ ਤੌਰ ਤੇ ਵਰਤ ਰਿਹਾ ਹੈ। ਪਰ ਇਹ ਹੁਣ ਪਤਾ ਕਿਵੇਂ ਲੱਗਾ? ਗੁਰਮਤਿ ਨਦਰੀ ਆਵਣਿਆ। ਗੁਰੂ ਦੀ ਮੱਤ ਰਾਹੀਂ ਇਹ ਗੱਲ, ਇਹ ਜਿਹੜੀ ਹੈ, ਇਹ ਨਜ਼ਰ ਆਇਆ ਕਿ ਉਹ ਸਾਰਿਆਂ ਦੇ ਵਿੱਚ ਪੂਰਨ ਤੌਰ ਤੇ ਵਰਤ ਰਿਹਾ ਹੈ। ਆਪਣੀ ਮੱਤ ਦੇ ਨਾਲ ਨਹੀਂ, ਗੁਰਮਤਿ, ਗੁਰੂ ਦੀ ਮੱਤ ਲੈ ਕੇ। ਤੇ ਗੁਰੂ ਦੀ ਕਿਰਪਾ ਦੇ ਪਾਤਰ ਕਦੋਂ ਬਣਾਂਗੇ? ਗੁਰ ਪ੍ਰਸਾਦੀ। ਇਹ ਕਦੋਂ ਸਾਡੇ ਜੀਵਨ ਨਾਲ ਜੁੜੇਗਾ?
ਜਦੋਂ ਆਪਣੀ ਮੱਤ ਛੱਡ ਕੇ ਤੇ ਗੁਰੂ ਦੀ ਮੱਤ ਲਵਾਂਗੇ। ਬੜੀ ਵਾਰ ਇਹ ਵੀ ਆਪ ਜੀ ਨਾਲ ਸਾਂਝ ਪਾਈ ਹੈ ਕਿ ਮੱਥਾ ਟੇਕਣ ਦਾ, ਸਿਰ ਨਵਾਉਣ ਦਾ ਮਤਲਬ ਹੀ ਇਹ ਹੈ ਕਿ ਅਸੀਂ ਆਪਣੀ ਮੱਤ ਛੱਡ ਕੇ ਤੇ ਤੁਹਾਡੀ ਮੱਤ ਲੈਣ ਵਾਸਤੇ ਆਏ ਹਾਂ। ਜਦੋਂ ਅਸੀਂ ਸਿਰ ਨਵਾਤਾ ਨਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ, ਮੱਥਾ ਟੇਕ ਦਿੱਤਾ, ਤੇ ਕੇਵਲ ਆ ਬਾਹਰ ਦਾ ਸਿਰ ਨਵਾਉਣਾ ਹੀ ਮਕਸਦ ਨਹੀਂ ਹੈ ਸਾਡਾ। ਮੱਥਾ ਟੇਕਣ ਦਾ ਮਤਲਬ ਹੈ ਮੈਂ ਆਪਣੀ ਮੱਤ ਛੱਡ ਦਿੱਤੀ ਇੱਥੇ, ਤੇ ਜਦੋਂ ਮੈਂ ਆਪਣੀ ਮੱਤ ਛੱਡ ਕੇ ਗੁਰੂ ਸਾਹਿਬ ਤੁਹਾਡੀ ਸੰਗਤ ਵਿੱਚ ਆ ਕੇ ਬੈਠਣਾ, ਤੇ ਫਿਰ ਮੈਂ ਕਥਾ ਕੀਰਤਨ ਦੇ ਰਾਹੀਂ, ਗੁਰਬਾਣੀ ਪਾਠ ਦੇ ਰਾਹੀਂ ਤੁਹਾਡੀ ਮੱਤ ਲੈ ਕੇ ਫਿਰ ਮੈਂ ਮੱਤ ਲੈ ਕੇ ਜਾਣਾ ਹੈ। ਤੇ ਜੇ ਅਸੀਂ ਆਪਣੀ ਮੱਤ ਛੱਡੀ ਹੋਈ ਨਹੀਂ ਤੇ ਫਿਰ ਮੱਤ ਲੈ ਕੇ, ਕਿਉਂਕਿ ਭਾਂਡਾ ਖਾਲੀ ਹੋਏਗਾ ਤੇ ਭਾਂਡੇ 'ਚ ਪਦਾਰਥ ਪੈਣਾ। ਭਾਂਡੇ ਵਿੱਚ ਪਦਾਰਥ ਤਾਂ ਹੀ ਪਏਗਾ ਜੇ ਪਹਿਲਾਂ ਭਾਂਡਾ ਖਾਲੀ ਹੋਏਗਾ। ਹੁਣ ਮੱਤ ਛੱਡੀ ਨਹੀਂ ਤੇ ਗੁਰੂ ਦੀ ਮੱਤ ਲਈ ਨਹੀਂ, ਫਿਰ ਗੱਲ ਕਿਵੇਂ ਬਣੇਗੀ? ਇਸ ਲਈ ਸਾਹਿਬ ਜੀ ਕਹਿੰਦੇ ਗੁਰਮਤਿ ਨਦਰੀ ਆਵਣਿਆ। ਜਿਨ੍ਹਾਂ ਨੇ ਗੁਰੂ ਦੀ ਮੱਤ ਲਈ, ਗੁਰੂ ਦੀ ਮੱਤ ਦੇ ਰਾਹੀਂ ਜਿਨ੍ਹਾਂ ਨੂੰ ਫਿਰ ਨਜ਼ਰ ਆਇਆ, ਉਹਨਾਂ ਨੂੰ ਫਿਰ ਪਤਾ ਲੱਗਾ ਵੀ ਪੂਰਨ ਪੂਰ ਰਹਿਆ ਸਭ ਆਪੇ। ਉਹ ਆਪ ਹੀ ਅਕਾਲ ਪੁਰਖ ਪਰਮੇਸ਼ਵਰ ਪੂਰਨ ਤੌਰ ਤੇ ਸਭਨਾਂ ਦੇ ਵਿੱਚ ਵਰਤ ਰਿਹਾ ਹੈ। ਆਪੇ ਆਪ ਨਿਰੰਜਨ ਸੋਈ, ਜਿਨ ਸਿਰਜੀ ਤਿਨ ਆਪੇ ਗੋਈ। ਨਾਨਕ ਨਾਮ ਸੰਭਾਲ ਸਦਾ ਤੂੰ, ਸਹਜੇ ਸੱਚ ਸਮਾਵਣਿਆ। ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਜਿਹਨੂੰ ਗੁਰਮਤਿ ਨਦਰੀ ਆਵਣਿਆ, ਜਿਹਨੂੰ ਗੁਰੂ ਦੀ ਮੱਤ ਵਿੱਚ ਨਜ਼ਰ ਆਇਆ, ਅਸੀਂ ਆਪਣੀ ਮੱਤ ਛੱਡ ਕੇ ਤੇ ਨੇਤਰ ਬੰਦ ਕਰਕੇ ਗੁਰੂ ਸਾਹਿਬ ਦੇ ਸਨਮੁਖ ਬੈਠੇ। ਤੇ ਜਦੋਂ ਗੁਰੂ ਦੀ ਮੱਤ ਨੂੰ ਮਨ ਕਰਕੇ ਧਾਰਨ ਕੀਤਾ, ਫਿਰ ਜਦੋਂ ਨੇਤਰ ਖੋਲੇ ਤੇ ਫਿਰ ਸਾਡੀ ਦ੍ਰਿਸ਼ਟੀ ਬਦਲ ਗਈ। ਦੇਖਣ ਵਾਲੀ ਸਾਡੀ ਜਿਹੜੀ ਤੱਕਣੀ ਸੀ ਉਹ ਬਦਲ ਗਈ। ਜਦੋਂ ਸਾਡੀ ਦੇਖਣੀ ਬਦਲ ਗਈ, ਫਿਰ ਪਤਾ ਲੱਗਾ ਵੀ ਉਹ ਸਭਨਾਂ 'ਚ ਆਪ ਵਰਤ ਰਿਹਾ ਹੈ। ਭਾਵ ਜਦੋਂ ਗੁਰੂ ਦੀ ਮੱਤ ਲੈ ਲਈ, ਹੁਣ ਅੰਦਰ ਮੈਂ ਅੰਦਰ ਆਈ ਨਹੀਂ, ਕਿਉਂਕਿ ਹੁਣ ਮੇਰ ਤੇਰ ਖਤਮ ਹੋ ਗਿਆ। ਹੁਣ ਅੰਦਰ ਹਉਮੈ ਹੰਕਾਰ ਵਾਲੀ ਅਵਸਥਾ ਰਹੀ ਨਹੀਂ। ਹੁਣ ਤਾਂ ਬਸ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਗੁਰੂ ਦੀ ਮੱਤ ਰਾਹੀਂ ਨਦਰੀ ਆਇਆ, ਉਹਨਾਂ ਨੂੰ ਸਮਝ ਆ ਗਈ ਕਿ ਆਪੇ ਆਪ ਨਿਰੰਜਨ ਸੋਈ। ਉਹ ਤਾਂ ਆਪ ਨਿਰਅੰਜਨ, ਅੰਜਨ ਤੋਂ ਰਹਿਤ ਹੈ। ਇਸੇ ਲਈ ਦੇਖੋ ਆ ਜਿਹੜੀ ਵਿਚਾਰ ਹੈ, ਇਹ ਸਾਨੂੰ ਤਾਂ ਆਰੰਭ ਵਿੱਚ ਹੀ ਇਹ ਵਿਚਾਰ ਸਮਝਾ ਦਿੱਤੀ ਗਈ, ਔਰ ਉਸੇ ਨੂੰ ਲੈ ਕੇ ਸਾਰੀ ਬਾਣੀ ਨੂੰ ਸਮਝ ਕੇ ਆਪਾਂ ਫਿਰ ਮੁੜ ਕੇ ਉੱਥੇ ਹੀ ਆ ਜਾਣਾ। ਕਿੱਥੋਂ ਚੱਲੇ ਸੀ ਅਸੀਂ? ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ, ਇੱਥੋਂ ਚੱਲੇ ਸੀ। ਤੇ ਇਹ ਸਾਰੀ ਜਿਹੜੀ ਡੈਫੀਨੇਸ਼ਨ ਪਰਿਭਾਸ਼ਾ ਦਿੱਤੀ ਹੈ, ਇਹ ਸਮਝ ਕਿਹਦੇ ਰਾਹੀਂ ਆਉਣੀ ਸੀ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਦੁਆਰਾ। ਹੁਣ ਜਿਨ੍ਹਾਂ ਨੇ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਨਾਲ ਗੁਰੂ ਦੀ ਮੱਤ ਲੈ ਕੇ ਇਹ ਦੇਖ ਲਿਆ, ਜਿਹਨੂੰ ਸਮਝ ਆ ਗਈ ਹੈ, ਉਹਨੂੰ ਪਤਾ ਲੱਗ ਗਿਆ ਇੱਕ ਓੰਕਾਰ ਕੀ ਹੈ। ਉਹਨੂੰ ਪਤਾ ਲੱਗ ਗਿਆ ਕਿ ਉਹ ਨਿਰਭਉ ਨਿਰਵੈਰ ਜਿਹੜਾ ਉਹ ਕੀ ਹੈ। ਇਸ ਲਈ ਉਹਨੂੰ ਸਮਝ ਆ ਗਈ ਕਿ ਉਹ ਸੰਸਾਰ ਦੇ ਵਿੱਚ ਰਹਿਣ ਵਾਲਾ, ਇਸ ਅੰਜਨ ਵਿੱਚ ਰਹਿਣ ਵਾਲਾ ਅੰਜਨ ਤੋਂ ਰਹਿਤ ਹੈ। ਉਹਦੇ ਉੱਤੇ ਤ੍ਰੈ ਗੁਣੀ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਆਪੇ ਆਪ ਨਿਰੰਜਨ ਸੋਈ, ਸੋਈ ਮਨੇ ਉਹ ਪਰਮੇਸ਼ਵਰ। ਨਿਰਅੰਜਨ, ਇਹ ਦੋ ਸ਼ਬਦਾਂ ਦਾ ਮੇਲ ਹੈ, ਨਿਰ ਪਲੱਸ ਅੰਜਨ। ਅੰਜਨ ਕਹਿੰਦੇ ਆ ਸੁਰਮੇ ਨੂੰ, ਜਿਵੇਂ ਗਿਆਨ ਅੰਜਨ ਗੁਰ ਦੀਆਂ, ਸੁਰਮਾ ਕਾਲੇ ਰੰਗ ਦਾ ਹੁੰਦਾ ਹੈ,
ਕਹਿੰਦੇ ਜੋ ਪਰਮੇਸ਼ਵਰ ਹੈ ਉਹ ਕਾਲਖ ਦਾਗ ਧੱਬਿਆਂ ਤੋਂ ਰਹਿਤ ਹੈ ਨਿਰ ਅੰਜਨ। ਜਦੋਂ ਦੋਵਾਂ ਨੂੰ ਇਕੱਠਾ ਕਰ ਦਿੱਤਾ ਵਿੱਚੋਂ ਐੜਾ ਨਿਕਲ ਗਿਆ ਅੱਖਰ। ਦੋਵਾਂ ਸ਼ਬਦਾਂ ਨੂੰ ਦਾ ਸੁਮੇਲ ਜਦੋਂ ਕੀਤਾ ਇੱਕ ਅੱਖਰ ਵਿੱਚੋਂ ਦੀ ਨਿਕਲ ਜਾਂਦਾ ਹੈ। ਨਿਰ ਪਲਸ ਅੰਜਨ, ਜਦੋਂ ਇਕੱਠਾ ਕੀਤਾ ਨਿਰੰਜਨ। ਉਹ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਇਸ ਸੰਸਾਰ ਦੇ ਵਿੱਚ ਜੋ ਤ੍ਰੈ ਗੁਣੀ ਮਾਇਆ ਵਰਤ ਰਹੀ ਹੈ, ਅਸੀਂ ਇਹਦੇ ਪ੍ਰਭਾਵ ਹੇਠ ਜੀ ਰਹੇ ਹਾਂ, ਪਰ ਅਕਾਲ ਪੁਰਖ ਪਰਮੇਸ਼ਵਰ ਇਸ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਕੋਈ ਉਹਦੇ ਤੇ ਇਹਦਾ ਅਸਰ ਨਹੀਂ ਹੈ। ਉਹ ਆਪ ਹੀ ਸਭਨਾਂ ਵਿੱਚ ਵਰਤ ਰਿਹਾ। ਜਿਨ ਸਿਰਜੀ ਤਿਨ ਆਪੇ ਗੋਈ। ਜਿਨੇ ਇਸ ਸ੍ਰਿਸ਼ਟੀ ਨੂੰ ਸਿਰਜਿਆ ਹੈ ਉਹ ਆਪ ਹੀ ਉਹਨੂੰ ਨਾਸ਼ ਕਰਦਾ ਹੈ। ਧਿਆਨ ਰੱਖਣਾ, ਜਨਮ ਦੇਣ ਵਾਲਾ ਵੀ ਉਹ ਹੈ ਔਰ ਮੌਤ ਦੇਣ ਵਾਲਾ ਵੀ ਉਹ ਹੈ। ਮਾਰਨ ਵਾਲਾ ਵੀ ਉਹ ਹੈ ਤੇ ਰੱਖਣ ਵਾਲਾ ਵੀ ਉਹ ਹੈ। ਜਦੋਂ ਇਹ ਗੱਲ ਸਮਝ ਵਿੱਚ ਆ ਜਾਏਗੀ ਫਿਰ ਸਾਨੂੰ ਕਿਸੇ ਦੀ ਟੇਕ ਲੈਣ ਦੀ ਲੋੜ ਨਹੀਂ। ਆਸਰਾ ਜਦੋਂ ਪਤਾ ਲੱਗ ਗਿਆ, ਮਾਰੈ ਰਾਖੈ ਏਕੋ ਆਪ ਮਾਨੁਖ ਕਹਿ ਕਿਛ ਨਹੀਂ ਹਾਥ। ਬੰਦੇ ਦੇ ਹੱਥ ਨਹੀਂ ਆ, ਮਾਰਨਾ ਵੀ ਉਹਨੇ ਆ ਤੇ ਰੱਖਣਾ ਵੀ ਉਹਨੇ ਆ। ਤੇ ਜਿਸ ਦਿਨ ਉਹਨੇ ਮਾਰਨਾ ਕੋਈ ਰੱਖ ਨਹੀਂ ਸਕਦਾ, ਤੇ ਜਦੋਂ ਉਹਨੇ ਰੱਖਣਾ ਤੇ ਕੋਈ ਮਾਰ ਨਹੀਂ ਸਕਦਾ। ਪਰ ਸਾਨੂੰ ਨਿਰੰਕਾਰ ਤੇ ਭਰੋਸਾ ਨਹੀਂ ਹੈ ਨਾ। ਅਸੀਂ ਦੁਨਿਆਵੀ ਤਲ ਤੇ, ਸੰਸਾਰੀ ਤਲ ਤੇ ਜਿਉਣ ਵਾਲੇ ਲੋਕ, ਅਸੀਂ ਸੰਸਾਰ ਦੇ ਤਲ ਤੇ ਜਾਣਦੇ ਹਾਂ ਕਿ ਫਲਾਣਾ ਮਾਰਨ ਵਾਲਾ ਤੇ ਫਲਾਣਾ ਰੱਖਣ ਵਾਲਾ। ਇਸੇ ਲਈ ਕਈ ਗੱਲਾਂ ਰਿਪੀਟ ਕਰਨੀਆਂ ਪੈਂਦੀਆਂ ਨੇ ਤਾਂ ਕਿ ਸਾਡੇ ਦਿਲ ਦਿਮਾਗ ਵਿੱਚ ਗੱਲ ਚੰਗੀ ਤਰ੍ਹਾਂ ਵਸ ਜਾਏ। ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਦਾ ਲਾਭ ਹੀ ਉਦੋਂ ਹੋਣਾ ਜਦੋਂ ਸਾਨੂੰ ਪਤਾ ਲੱਗ ਜਾਏ, ਸਮਝ ਆ ਜਾਏ, ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ। ਇੱਕੋ ਹੀ ਹੈ ਭਗਵਾਨ ਦੇਣ ਵਾਲਾ। ਮਾਨੁਖ ਕੀ ਟੇਕ ਬੇਅਰਥ ਹੈ ਤੇ ਸਾਡਾ ਪਾਠ ਕੀਤਾ ਸਫਲ ਹੋ ਜਾਏਗਾ। ਕਿ ਮਾਰਨ ਤੇ ਰੱਖਣ ਵਾਲਾ ਇੱਕੋ ਹੀ ਹੈ ਪਰਮੇਸ਼ਵਰ। ਮਾਨੁਖ ਕਹਿ ਕਿਛ ਨਹੀਂ ਹਾਥ ਹੈ ਤੇ ਫਿਰ ਸਾਡਾ ਗੁਰਬਾਣੀ ਦਾ ਪਾਠ ਕੀਤਾ ਸਫਲ ਹੋ ਜਾਏਗਾ। ਤੇ ਜੇ ਮੇਰੇ ਵਰਗੇ ਨੇ ਜਪਜੀ ਸਾਹਿਬ ਦਾ ਪਾਠ ਵੀ ਕੀਤਾ, ਸੁਖਮਨੀ ਸਾਹਿਬ ਦਾ ਪਾਠ ਵੀ ਕੀਤਾ, ਤੇ ਫਿਰ ਕਿਸੇ ਮੜੀ ਮਸਾਣ ਅੱਗੋਂ ਲੰਘਣ ਲੱਗਿਆ ਘਾਬਰ ਗਿਆ ਵੀ ਜੇ ਮੈਂ ਇਹਦੇ ਅੱਗੇ ਸਿਰ ਨਾ ਨਵਾਇਆ ਤੇ ਅੱਗੇ ਪਤਾ ਨਹੀਂ ਕੀ ਹੋ ਜਾਏਗਾ। ਕਈ ਥਾਵਾਂ ਐਸੀਆਂ ਵੀ ਬਣੀਆਂ ਹੋਈਆਂ ਨੇ ਕਿ ਲੋਕ ਡਰਦੇ ਮਾਰੇ ਲੰਘਦੇ ਹੀ ਨਹੀਂ ਅੱਗੇ। ਇੰਨਾ ਡਰ ਦਿਲ ਦਿਮਾਗ ਵਿੱਚ ਬੈਠਾ ਵੀ ਜੇ ਇੱਥੇ ਰੁਕ ਕੇ ਸਿਰ ਨਾ ਨਵਾਇਆ ਤੇ ਪਤਾ ਨਹੀਂ ਅੱਗੇ ਜਾ ਕੇ ਕੀ ਹੋ ਜਾਣਾ। ਇਹਦਾ ਮਤਲਬ ਸਾਨੂੰ ਅਕਾਲ ਪੁਰਖ ਤੇ ਭਰੋਸਾ ਹੀ ਨਹੀਂ ਹੈ, ਸਾਨੂੰ ਪਰਮੇਸ਼ਵਰ ਤੇ ਭਰੋਸਾ ਹੀ ਨਹੀਂ ਹੈ। ਇਸ ਲਈ ਜਪਜੀ ਸਾਹਿਬ ਦਾ ਪਾਠ ਕੀਤਾ, ਨਿਤਨੇਮ ਕੀਤਾ, ਗੁਰਬਾਣੀ ਦਾ ਅਭਿਆਸ ਕੀਤਾ, ਫਿਰ ਕਿਸੇ ਪੀਰ ਨੂੰ ਮਨਾਉਣ ਤੁਰ ਪਏ ਵੀ ਉਹ ਕਿਤੇ ਨਾਰਾਜ਼ ਹੀ ਨਾ ਹੋ ਜਾਏ। ਜੇ ਆਹ ਚੀਜ਼ ਨਾ ਚੜਾਈ ਤੇ ਕਿਤੇ ਨਾਰਾਜ਼ ਹੀ ਨਾ ਹੋ ਜਾਏ। ਭੈ ਤੇ ਹਜੇ ਵੀ ਸਾਡੇ ਅੰਦਰ ਬਣਿਆ ਹੋਇਆ ਹੈ, ਡਰ ਤਾਂ ਸਾਡੇ ਅੰਦਰ ਬਣਿਆ ਹੋਇਆ। ਫਿਰ ਸਾਡਾ ਬਾਣੀ ਪੜ੍ਹਨ ਦਾ ਲਾਭ, ਗੁਰਬਾਣੀ ਸਾਨੂੰ ਜਿਸ ਵਹਿਮ ਭਰਮ ਚੋਂ ਕੱਢਦੀ ਹੈ, ਤੇ ਜੇ ਬਾਣੀ ਪੜ੍ਹ ਕੇ ਉਹ ਵਹਿਮ ਭਰਮ ਹੀ ਅੰਦਰ ਰਿਹਾ ਤੇ ਫਿਰ ਫਾਇਦਾ ਕੀ ਹੋਇਆ ਬਾਣੀ ਪੜ੍ਹਨ ਦਾ, ਲਾਭ ਕੀ ਹੋਇਆ। ਅਸੀਂ ਭੋਜਨ ਖਾਂਦੇ ਹਾਂ ਭੁੱਖ ਨੂੰ ਮਿਟਾਉਣ ਵਾਸਤੇ, ਤੇ ਜੇ ਭੋਜਨ ਖਾ ਕੇ ਵੀ ਭੁੱਖ ਲੱਗੀ ਤੇ ਬੰਦਾ ਕਹਿੰਦਾ ਫਿਰ ਤੂੰ ਖਾਧਾ ਕੀ ਹੈ। ਇਸ ਲਈ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਕੀਤਾ, ਉਹਨਾਂ ਨੂੰ ਸਮਝ ਆ ਗਈ। ਭਾਈ ਮੰਝ ਜਦੋਂ ਗੁਰੂ ਸਾਹਿਬ ਨੇ ਆਖਿਆ ਸਿੱਖੀ ਉੱਤੇ ਸਿੱਖੀ ਨਹੀਂ ਟਿਕਣੀ, ਜੇ ਤੂੰ ਅਕਾਲ ਪੁਰਖ ਦਾ ਪੁਜਾਰੀ ਬਣਨਾ ਚਾਹੁੰਦਾ ਤੇ ਜਿਹੜਾ ਘਰ ਰੱਖਿਆ ਸਖੀ ਸਰਵਰੀਆ ਉਹਦਾ ਪੁਜਾਰੀ ਤੂੰ ਬਣਿਆ, ਇੱਕ ਦਾ ਪੁਜਾਰੀ ਹੋ ਜਾ, ਜਾਂ ਤਾਂ ਸਖੀ ਸਰਵਰੀਏ ਦਾ ਹੋ ਜਾ ਤੇ ਜਾਂ ਫਿਰ ਤੂੰ ਅਕਾਲ ਪੁਰਖ ਦਾ ਹੋ ਜਾ। ਅਸੀਂ ਵੀ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਹੋ ਜਾਈਏ ਤੇ ਜਾਂ ਫਿਰ ਅਸੀਂ ਧਾਗੇ ਤਵੀਤਾਂ ਦੇ ਹੋ ਜਾਈਏ। ਇਹ ਫੈਸਲਾ ਸਾਨੂੰ ਕਰਨਾ ਪੈਣਾ।
ਪਰ ਫੈਸਲਾ ਕਰਨ ਲੱਗਿਆਂ ਸੋਚ ਵਿਚਾਰਨਾ ਇਹ ਹੈ ਕਿ ਸਾਨੂੰ ਲਾਭ ਕਿੱਥੇ ਹੋਣਾ ਹੈ, ਸਾਨੂੰ ਸੁੱਖ ਕਿੱਥੇ ਮਿਲਣਾ, ਸਾਡੇ ਦੁੱਖ ਕਿੱਥੇ ਕੱਟੇ ਜਾਣੇ ਆ। ਇਹ ਵਿਚਾਰ ਗੁਰਬਾਣੀ ਵਿਚਾਰਨ ਨੂੰ ਕਹਿੰਦੀ ਹੈ। ਤੇ ਮਹਾਰਾਜ ਕਹਿੰਦੇ ਬਾਣੀ ਵਿਰਲੋ ਵਿਚਾਰ ਸੀ, ਪਰ ਵਿਰਲੇ ਨੇ ਉਹ ਜਿਹੜੇ ਬਾਣੀ ਦੀ ਵਿਚਾਰ ਕਰਦੇ ਆ। ਇਸ ਲਈ ਭਾਈ ਮੰਝ ਨੂੰ ਮਹਾਰਾਜ ਨੇ ਕਹਿ ਦਿੱਤਾ, ਸਾਹਿਬ ਕਹਿੰਦੇ ਕੋਈ ਇਨਕਾਰ ਨਹੀਂ ਤੈਨੂੰ, ਤੂੰ ਰੱਜ ਰੱਜ ਆ, ਪਰ ਆਪਣੇ ਅੰਦਰ ਝਾਤ ਮਾਰ, ਸਿੱਖੀ ਉੱਤੇ ਸਿੱਖੀ ਨਹੀਂ ਟਿਕਣੀ। ਜਾਂ ਤਾਂ ਸਖੀ ਸਰਵਰੀਏ ਦਾ ਪੁਜਾਰੀ ਬਣ ਤੇ ਜਾਂ ਅਕਾਲ ਪੁਰਖ ਦਾ ਪੁਜਾਰੀ ਬਣ। ਉਹਨੇ ਆਖਿਆ ਮਹਾਰਾਜ ਮੈਂ ਤੁਹਾਡੀ ਕਿਰਪਾ ਨਾਲ ਅਕਾਲ ਪੁਰਖ ਦਾ ਪੁਜਾਰੀ ਬਣਨਾ ਹੈ। ਜਾਂਦਿਆਂ ਸਖੀ ਸਰਵਰੀਏ ਦੀ ਥਾਂ ਢਾ ਦਿੱਤੀ, ਤੇ ਜਦੋਂ ਥਾਂ ਢਾ ਦਿੱਤੀ ਤੇ ਲੋਕ ਸਾਰੇ ਇਕੱਠੇ ਹੋ ਕੇ ਆ ਗਏ ਵੀ ਇਹ ਤੂੰ ਬੜਾ ਮਾੜਾ ਕੀਤਾ, ਤੈਨੂੰ ਪਾਪ ਲੱਗੇਗਾ, ਤੇਰੇ ਉੱਤੇ ਸਖੀ ਸਰਵਰੀਏ ਨਾਰਾਜ਼ ਹੋ ਜਾਏਗਾ। ਹਾਲਾਂਕਿ ਉਹ ਕਿਸੇ ਨੇ ਵੇਖਿਆ ਨਹੀਂ ਵੇਖਿਆ, ਪਰ ਅਸੀਂ ਉਹਦੀਆਂ ਥਾਵਾਂ ਬਣਾ ਬਣਾ ਕੇ ਪੂਜੀ ਜਾਂਦੇ ਆ। ਜੇ ਕਿਸੇ ਨੂੰ ਪੁੱਛੀਏ ਵੀ ਕਿਸੇ ਨੇ ਵੇਖਿਆ, ਕੋਈ ਨਹੀਂ ਕਹੇਗਾ ਵੀ ਮੈਂ ਵੇਖਿਆ, ਕਿਉਂਕਿ ਪਤਾ ਹੀ ਕੋਈ ਨਹੀਂ। ਇਸ ਲਈ ਉਹਨਾਂ ਆਖਿਆ ਮੈਨੂੰ ਪਰਵਾਹ ਕੋਈ ਨਹੀਂ, ਕਿਉਂਕਿ ਮੈਂ ਉਹਦੇ ਨਾਲ ਜੁੜਨ ਲੱਗਾ। ਮਾਰੈ ਰਾਖੈ ਏਕੋ ਆਪ, ਮਾਨੁਖ ਕਹਿ ਕਿਛ ਨਹੀਂ ਹਾਥ। ਜਿਹਨੇ ਮੈਨੂੰ ਪੈਦਾ ਕੀਤਾ, ਜਿਹੜਾ ਮੈਨੂੰ ਪਾਲ ਰਿਹਾ, ਜਿਹੜਾ ਮੈਨੂੰ ਸਵਾਸ ਦੇ ਰਿਹਾ, ਮੈਂ ਤੇ ਉਹਦੇ ਨਾਲ ਜੁੜਨ ਲੱਗਾ, ਮੈਨੂੰ ਹੁਣ ਕੋਈ ਪਰਵਾਹ ਨਹੀਂ ਹੈ। ਤੇ ਲੋਕਾਂ ਨੇ ਬੜਾ ਵਹਿਮ ਪਾਤਾ ਕਿ ਤੈਨੂੰ ਦੇਖ ਹੁਣ ਇਹਦਾ ਨਤੀਜਾ ਭੁਗਤਣਾ ਪਏਗਾ। ਤੂੰ ਸਖੀ ਸਰਵਰੀਏ ਨੂੰ ਜਿਹੜਾ ਆਪਣੇ ਘਰੋਂ ਬਾਹਰ ਕੀਤਾ, ਤੈਨੂੰ ਇਸ ਪਿੰਡ ਤੋਂ ਬਾਹਰ ਹੋਣਾ ਪਏਗਾ। ਉਹਨੇ ਆਖਿਆ ਕੋਈ ਪਰਵਾਹ ਨਹੀਂ, ਜੇ ਪਿੰਡ ਤੋਂ ਵੀ ਬਾਹਰ ਹੋ ਜਾਣਾ ਪਏ ਤੇ ਕੋਈ ਪਰਵਾਹ ਨਹੀਂ, ਪਰ ਬਣਨਾ ਮੈਂ ਅਕਾਲ ਪੁਰਖ ਦਾ ਹੀ ਪੁਜਾਰੀ ਹੈ। ਮੈਂ ਅਕਾਲ ਪੁਰਖ ਦਾ ਹੀ ਨਾਮ ਧਿਆਉਣਾ। ਹੁਣ ਮੈਂ ਕਿਸੇ ਐਰੇ ਗੈਰੇ ਦਾ ਨਾਮ ਨਹੀਂ ਧਿਆਉਣਾ। ਤਜੋ ਸਿਆਨਪ ਸੁਰਜਨੋ, ਸਿਮਰੋ ਹਰ ਹਰ, ਰਾਏ ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਬੋ ਜਾਏ। ਧਰ ਜੀਅਰੈ ਇੱਕ ਟੇਕ ਤੂੰ ਲਾਹੇ ਬਡਾਨੀ ਆਸ। ਤੂੰ ਜਿਹੜੀਆਂ ਬੇਗਾਨੀਆਂ ਆਸਾਂ ਲਾ ਕੇ ਬੈਠਾ ਹੋਇਆ, ਇਹਨੂੰ ਛੱਡ, ਇੱਕ ਤੇ ਆਸ ਰੱਖ ਕੇ ਚੱਲੇਗਾ, ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ। ਇਸ ਲਈ ਗੁਰੂ ਸਾਹਿਬ ਜੀ ਨੇ ਆਖਿਆ ਕਿ ਜਿਨ੍ਹਾਂ ਨੂੰ ਗੁਰਮਤਿ ਨਦਰੀ ਆਵਣਿਆ, ਗੁਰੂ ਦੀ ਮੱਤ ਦੇ ਵਿੱਚ ਜਿਨ੍ਹਾਂ ਨੂੰ ਨਿਰੰਕਾਰ ਨਦਰੀ ਆਇਆ, ਉਹਨਾਂ ਨੂੰ ਸਮਝ ਆ ਗਈ ਕਿ ਆਪੇ ਆਪ ਨਿਰੰਜਨ ਸੋਈ, ਜਿਨ ਸਿਰਜੀ, ਜਿਸ ਅਕਾਲ ਪੁਰਖ ਪਰਮੇਸ਼ਵਰ ਨੇ ਇਸ ਸ੍ਰਿਸ਼ਟੀ ਨੂੰ ਸਿਰਜਿਆ ਹੈ। ਤਿੰਨ ਆਪੇ ਗੋਈ, ਗੋਈ ਮੈਨੇ ਨਾਸ਼ ਕਰਨਾ, ਉਹੀ ਸਾਜਣ ਵਾਲਾ ਹੈ ਤੇ ਉਹੀ ਮਿਟਾਉਣ ਵਾਲਾ ਹੈ, ਉਹੀ ਘੜਨ ਵਾਲਾ ਤੇ ਉਹ ਆਪ ਹੀ ਭੰਨਣ ਵਾਲਾ ਹੈ। ਉਹ ਆਪ ਹੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਔਰ ਸ੍ਰਿਸ਼ਟੀ ਨੂੰ ਰਚ ਕੇ ਉਹਨੂੰ ਮਿਟਾਉਣ ਵਾਲਾ ਵੀ ਉਹ ਆਪ ਹੀ ਹੈ, ਤੇ ਸਾਰੇ ਸੰਸਾਰ ਦੇ ਜੀਆਂ ਦਾ ਦਾਤਾ ਵੀ ਉਹ ਆਪ ਹੀ ਹੈ। ਇਸ ਲਈ ਕਹਿੰਦੇ ਆ ਹੁਣ ਜਿਹਨੂੰ ਇਹ ਗੱਲ ਸਮਝ ਵਿੱਚ ਆ ਗਈ, ਉਹ ਫਿਰ ਬੇਪਰਵਾਹ ਵਾਲਾ ਜੀਵਨ ਜਿਉਂਦਾ ਹੈ। ਉਹ ਇੱਕ ਦੀ ਪਰਵਾਹ ਕਰਦਾ ਹੈ, ਫਿਰ ਅਕਾਲ ਪੁਰਖ ਪਰਮੇਸ਼ਵਰ ਦੀ। ਫਿਰ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜਿਹਦੀ ਲਿਵ ਲੱਗ ਗਈ ਨਾ, ਉਹਨੂੰ ਫਿਰ ਮੌਤ ਦੀ ਵੀ ਪਰਵਾਹ ਨਹੀਂ ਰਹਿੰਦੀ। ਉਹ ਮੌਤ ਦੇ ਭੈ ਵਿੱਚ ਵੀ ਨਹੀਂ ਜਿਉਂਦਾ, ਉਹ ਫਿਰ ਆਨੰਦ ਵਿੱਚ ਜਿਉਂਦਾ। ਕਹਿੰਦਾ ਕਬੀਰ ਜਿਸ ਮਰਨ ਤੇ ਜਗ ਡਰੈ, ਮੇਰੇ ਮਨ ਆਨੰਦ। ਜਗ ਦਾ ਮਤਲਬ ਹੈ ਜਿਹੜੇ ਸੰਸਾਰੀ ਲੋਕ ਨੇ ਉਹ ਪਲ ਪਲ ਡਰਦੇ ਨੇ, ਪਲ ਪਲ ਅੰਦਰੋਂ ਮਰਦੇ ਨੇ, ਪਰ ਕਬੀਰ ਸਾਹਿਬ ਕਹਿੰਦੇ ਨਹੀਂ, ਹੁਣ ਮੇਰੀ ਲਿਵ ਨਿਰੰਕਾਰ ਨਾਲ ਜੁੜ ਗਈ। ਇੰਨਾ ਕੁ ਜੁੜ ਗਈ ਹੈ ਵੀ ਰਾਮ ਤੇ ਕਬੀਰ ਇੱਕ ਮਿੱਕ ਹੋ ਗਏ ਨੇ। ਹੁਣ ਬੇਪਰਵਾਹ ਹੋ ਕੇ ਕਹਿੰਦੇ ਆ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਉਹ ਪਰਮ ਆਨੰਦ ਨੂੰ ਆਪਾਂ ਮੰਨਣ ਲਈ ਗੁਰੂ ਸਾਹਿਬ ਦੇ ਦਰ ਤੇ ਆਏ ਆ। ਤੇ ਗੁਰੂ ਸਾਹਿਬ ਕਹਿੰਦੇ ਜੇ ਪਰਮ ਆਨੰਦ ਦਾ ਰਸ ਲੈਣਾ ਹੈ, ਜੇ ਤੂੰ ਅੰਮ੍ਰਿਤ ਰਸ ਲੈਣਾ ਹੈ, ਤਾਂ ਫਿਰ ਤੇਰੇ ਲਈ ਵੀ ਇਹੀ ਹੈ ਕਿ ਪਹਿਲਾਂ ਮਰਨ ਕਬੂਲ। ਕਿਉਂਕਿ ਮਨ ਰਾਹੀਂ ਅੰਮ੍ਰਿਤ ਨਾਮ ਰਸ ਪੀਤਾ ਜਾਣਾ। ਆ ਬਾਹਰ ਦੀ ਰਸਨਾ ਨੇ ਨਹੀਂ ਪੀਣਾ,
ਇਹ ਤੇ ਬਾਹਰ ਦੇ ਪਦਾਰਥਾਂ ਦੇ ਰਸ ਮਾਣ ਸਕਦੀ ਹੈ, ਇਹ ਨਾਮ ਦਾ ਰਸ ਨਹੀਂ ਮਾਣ ਸਕਦੀ। ਜਿਹੜੀ ਆ ਮਾਸ ਦਾ ਟੁਕੜਾ ਨਾ ਜੀਭ, ਇਹਨੂੰ ਬਾਣੀ ਦਾ ਸਵਾਦ ਨਹੀਂ ਆਉਣਾ, ਇਹਨੂੰ ਪਦਾਰਥਾਂ ਦਾ ਸਵਾਦ ਆ ਸਕਦਾ ਹੈ। ਜਿਹੜਾ ਸਵਾਦ ਬਾਣੀ ਦਾ, ਇਹ ਸਾਡੇ ਮਨ ਦੀ ਰਸਨਾ ਨੂੰ ਆਉਣਾ ਹੈ, ਇਹ ਸਾਡੇ ਮਨ ਨੇ ਚਖਣਾ ਨਾਮ ਦਾ ਰਸ। ਤੇ ਮਹਾਰਾਜ ਕਹਿੰਦੇ ਉਹੀ ਅੰਮ੍ਰਿਤ ਰਸ ਪੀਵੇਗਾ ਜਿਹੜਾ ਪਹਿਲਾਂ ਮਰਨ ਕਬੂਲ, ਜਿਹੜਾ ਆਪਣੇ ਅੰਦਰ ਨੂੰ ਹਉਮੈ ਨੂੰ ਮਾਰਨ ਲਈ ਤਿਆਰ ਹੋਵੇਗਾ ਵੀ ਮੈਂ ਕਬੂਲਦਾ ਮਹਾਰਾਜ, ਮੈਂ ਆਪਣੇ ਅੰਦਰ ਦੇ ਹੰਕਾਰ ਨੂੰ ਮਾਰਨ ਵਾਸਤੇ ਆਇਆ, ਮੈਂ ਆਪਣੇ ਅੰਦਰ ਦੇ ਹਉਮੈ ਨੂੰ ਮਿਟਾਉਣ ਵਾਸਤੇ ਆਇਆ, ਤੇ ਮੈਂ ਬਹੁਤੀ ਲੰਬੇਰੀ ਜੀਵਨ ਦੀ ਆਸ ਰੱਖ ਕੇ ਨਹੀਂ ਆਇਆ। ਮੈਂ ਜੀਵਨ ਦੀ ਆਸ ਛੱਡ ਕੇ ਬਸ ਜਿਹੜੇ ਕੁਝ ਪਲ ਜ਼ਿੰਦਗੀ ਦੇ ਮਿਲੇ ਨੇ, ਮੈਂ ਉਹ ਨਾਮ ਦਾ ਰਸ ਲੈਣ ਵਾਸਤੇ, ਨਾਮ ਦਾ ਸਵਾਦ ਲੈਣ ਆਇਆ। ਧਿਆਨ ਰੱਖਿਓ, ਅਸੀਂ ਗੁਰੂ ਘਰ 24 ਘੰਟੇ ਬੈਠਣ ਲਈ ਥੋੜੀ ਆਏ ਆ, ਕੁਝ ਸਮੇਂ ਲਈ ਆਏ ਆ ਨਾ। ਕੋਈ ਆਸਾ ਕੀ ਵਾਰ ਦੇ ਕੀਰਤਨ ਦੇ ਟਾਈਮ ਆਇਆ, ਕੋਈ ਪ੍ਰਕਾਸ਼ ਹੋਣ ਦੇ ਟਾਈਮ ਸਮੇਂ ਆਇਆ, ਕੋਈ ਕਥਾ ਵਿਚਾਰ ਦੇ ਸਮੇਂ ਆਇਆ, ਤੇ ਕੋਈ ਦੁਬਾਰਾ ਕੀਰਤਨ ਦੇ ਸਮੇਂ ਵਿੱਚ। ਅਸੀਂ ਜਿੰਨਾ ਜਿੰਨਾ ਸਮਾਂ ਹੈ ਅਸੀਂ ਉਸ ਸਮੇਂ ਆਏ ਆ। ਤੇ ਜੇ ਸਾਨੂੰ ਕੋਈ ਆਸੇ ਪਾਸੇ ਉਲਝਾਉਣ ਦੀ ਕੋਸ਼ਿਸ਼ ਕਰੇ ਤੇ ਆਪਾਂ ਇੱਕੋ ਹੀ ਗੱਲ ਕਹਿਣੀ ਆ ਵੀ ਮੇਰੇ ਕੋਲ ਸਮਾਂ ਥੋੜਾ ਹੈ ਤੇ ਮੈਂ ਕੇਵਲ ਗੁਰੂ ਸਾਹਿਬ ਦੇ ਘਰ ਵਿੱਚ ਨਾਮ ਦਾ ਰਸ ਲੈਣ ਆਇਆ, ਮੈਂ ਕੇਵਲ ਨਾਮ ਦਾ ਸਵਾਦ ਮਾਣਨ ਵਾਸਤੇ ਆਇਆ। ਇਸੇ ਤਰ੍ਹਾਂ ਜ਼ਿੰਦਗੀ 4 ਦਿਨਾਂ ਦੀ ਹੈ, ਅਸੀਂ 4 ਦਿਨਾਂ ਦੀ ਜਿਹੜੀ ਜ਼ਿੰਦਗੀ ਹੈ ਇਹ ਅੰਮ੍ਰਿਤ ਰਸ ਲੈਣ ਲਈ ਆਏ ਆ। ਉਹਦੇ ਲਈ ਮਹਾਰਾਜ ਨੇ ਆਖਿਆ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਅਖੀਰ ਤੇ ਗੁਰੂ ਅਮਰਦਾਸ ਮਹਾਰਾਜ ਜੀ ਕੀ ਕਹਿੰਦੇ ਆ? ਕਹਿੰਦੇ ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੋਈ, ਜਿਹਨੇ ਗੁਰੂ ਦੀ ਮੱਤ ਲਈ, ਉਹਨੂੰ ਨਦਰੀ ਆ ਗਿਆ, ਤੇ ਜਿਹਨੂੰ ਨਦਰੀ ਆਇਆ ਉਹਨੂੰ ਸਮਝ ਆ ਗਈ ਕਿ ਆਪੇ ਆਪ ਨਿਰੰਜਨ ਸੋਈ, ਜਿਨ ਸਿਰਜੀ ਤਿਨ ਆਪੇ ਗੋਈ। ਹੁਣ ਕੀ ਕਰੀਏ? ਨਾਨਕ ਗੁਰੂ ਅਮਰਦਾਸ ਜੀ ਕਹਿੰਦੇ ਆ ਨਾਮ ਸੰਭਾਲ ਸਦਾ ਤੂੰ। ਸਾਨੂੰ ਕਹਿ ਰਹੇ ਆ ਵੀ ਜੇ ਤੂੰ ਵੀ ਉਸ ਅਵਸਥਾ ਵਿੱਚ ਪਹੁੰਚਣਾ ਚਾਹੁੰਦਾ ਹੈ ਤੇ ਗੁਰੂ ਕੇ ਪਿਆਰਿਆ, ਗੁਰੂ ਕੇ ਸਿੱਖਾ, ਤੂੰ ਵੀ ਗੁਰੂ ਦੇ ਦਰ ਤੇ ਆ ਕੇ ਨਾਮ ਦੀ ਸੰਭਾਲ ਕਰ, ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰ। ਨਾਨਕ ਨਾਮ ਸੰਭਾਲ ਸਦਾ ਤੂੰ, ਸਹਜੇ ਸੱਚ ਸਮਾਵਣਿਆ। ਜੇ ਤੂੰ ਆਤਮਿਕ ਅਡੋਲਤਾ ਬਣਾ ਕੇ ਆਤਮਿਕ ਜ਼ਿੰਦਗੀ ਜਿਉਂਦਿਆਂ ਹੋਇਆਂ ਜੇ ਤੂੰ ਸੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਸਮਾਉਣਾ ਚਾਹੁੰਦਾ ਹੈ ਤਾਂ ਫਿਰ ਗੁਰੂ ਦੀ ਕਿਰਪਾ ਦਾ ਪਾਤਰ ਬਣ, ਕਿਉਂਕਿ ਜਿਹਨੇ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਕੀਤਾ, ਗੁਰ ਕਿਰਪਾ ਜਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਅਰਦਾਸ ਕਰੀਏ ਮਹਾਰਾਜ ਤੁਹਾਡੇ ਦਰ ਤੇ ਆਏ ਹਾਂ, ਜਿੰਨਾ ਸਮਾਂ ਵੀ ਤੁਹਾਡੇ ਦਰ ਤੇ ਆਈਏ ਬਸ ਸਾਡੇ ਤੇ ਇੱਕ ਰਹਿਮਤ ਕਰਦੇ ਰਿਓ, ਸਾਨੂੰ ਮਨ ਤਨ ਕਰਕੇ ਕਿਤੇ ਨਾਮ ਰੰਗ ਵਿੱਚ ਰੰਗਣ ਦੀ ਜਾਚ ਆ ਜਾਏ, ਸਾਡੇ ਅੰਦਰ ਭਗਤੀ ਦਾ ਜਾਗ ਲਾ ਦਿਓ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ,
अपनी भगति लाए अपनी। गुरु पातशाह जी किरपा करन, आप भी जुड़िए, होरां नूं भी जोड़िए, बाणे बाणी दे रंग विच रंगीए ते होरां नूं भी प्रेर के गुरु घर ले आइए, ताकि रल मिल के गुरु साहब की किरपा दा पात्र बन के ਅੰਮ੍ਰਿਤ ਨਾਮ ਰਸ ਪੀਂਦਿਆਂ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਜੀ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਅਮਰਦਾਸ ਪਾਤਸ਼ਾਹ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਆਪੇ ਆਪ ਨਿਰੰਜਨ ਸੋਈ, ਜਿਨ ਸਿਰਜੀ ਤਿਨ ਆਪੇ ਗੋਈ। ਨਾਨਕ ਨਾਮ ਸੰਭਾਲ ਸਦਾ ਤੂੰ, ਸਹਜੇ ਸੱਚ ਸਮਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।